साहिब जी। सतनाम वाहिगुरु साहिब जी। सतगुर आयो सरन तुहारी, मिलै सूख नाम हर शोभा। चिंता लाहे हमारी, अवर न सूझै दूजी ठाहर। हार परयो तो द्वारी, लेखा छोड़ अलेखा छूटै। हम निर्गुण लेहो उबारी, सद बख्शिंद सदा मेहरबाना। सबना दे आधारी, नानक दास संत पाछै परयो। राख लिहो एह बारी, सुखो टल गुर सेवियै। अहनस सहज सुभाए, दर्शन परसै गुरु के। जन्म मरण दुख जाए, सिफत खसमदे। नूर अरसों कुरसों चटिया, तुद डिठे सच्चे पातशाह। माल जन्म जन्म दी कटिया, तुद डिठे सच्चे पातशाह। माल जन्म जन्म दी कटिया। सतनाम श्री वाहिगुरु साहिब जीओ। अंते सतगुर बोलिया, मैं पिछे कीर्तन करहो निर्वाण जीओ। कैसो गोपाल पंडित सद्यो, हर हर कथा पढ़ा पुराण जियो। अंत सतगुर बोलिया, मैं पिछे कीर्तन करहो निर्वाण जियो। वाहिगुरु जी का खालसा, वाहिगुरु जी की फतेह। परम सन्मानयोग सतगुरां दी साजी नवाजी गुरु की संगत। धन गुरु ग्रंथ साहिब महाराज साहब जीआं दी बाणी दी विचार विचों आपां रामकली साध नाम दी जो बाणी है उसनूं सरवण कर रहे हां। उथानका दे विच आपां बचन इह सरवण कीते सन। जिस वेले धन गुरु अर्जन देव महाराज साहब जी गुरबाणी दीआं पोथियां लैण वास्ते श्री गोइंदवाल साहब विखे गए, उस वेले अपने पिता सतगुरु गुरु रामदास महाराज जियां दे दोहरे दे दर्शन कीते। माता भानी जियां दे दोहरे दे दर्शन कीते। गुरु अमरदास महाराज साहब जियां दे दोहरे दे दर्शन करके अरदास बेनती होई। कड़ाह प्रसाद दीआं देगां वरतियां। भलियां दी कुल नूं महाराज मान देण वास्ते कहण लगे, भाई जिस वेले गुरु अमरदास पातशाह जी ने अपना ये 5 भौतिक शरीर त्यागया, उस वेले जेड़े जेड़े बचन महाराज साहब जियां ने संगत नूं आखे सन, कोई है भलियां दी कुल दा साहिबजादा जिहड़ा सानूं ये बचन सुनावे। ये बचन सुन के गुरु अमरदास महाराज जियां दे पड़पोतरे बाबा मोहरी जियां दे पोतरे ते भाई आनंद जियां दे पुत्र, जिन्हां दा नाम है बाबा सुंदर जी,
ਉਹਨਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਤੁਹਾਡੀ ਆਗਿਆ ਹੋਵੇ ਤੇ ਫਿਰ ਅਸੀਂ ਉਹ ਬਚਨ ਸਰਵਣ ਕਰਵਾਉਂਦੇ। ਜਿਵੇਂ ਜਿਵੇਂ ਫਿਰ ਗੋਇੰਦਵਾਲ ਦੀ ਧਰਤੀ ਤੇ ਪ੍ਰਸੰਗ ਵਾਪਰਿਆ, ਸਾਰੇ ਬਚਨ ਬਾਬਾ ਸੁੰਦਰ ਜੀ ਮਹਾਰਾਜ ਨੂੰ ਸੁਣਾ ਰਹੇ ਨੇ। ਇਹ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹੈ। ਬਾਣੀ ਦਾ ਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਿੱਤਾ। ਬਚਨ ਜਿਹੜੇ ਉਸ ਵੇਲੇ ਹੋਏ ਉਹ ਬਾਬਾ ਸੁੰਦਰ ਜੀ ਨੇ ਸੁਣਾਏ। ਇਸ ਗੁਰਬਾਣੀ ਦੀਆਂ 4 ਪੌੜੀਆਂ ਆਪਾਂ ਪਿੱਛੇ ਸਰਵਣ ਕਰ ਆਏ, 2 ਪੌੜੀਆਂ ਬਾਕੀ ਨੇ, ਅੱਜ ਆਪਾਂ ਸਰਵਣ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਸਤਿਗੁਰ ਬੋਲਿਆ। ਬਾਬਾ ਸੁੰਦਰ ਜੀ ਸੁਣਾਉਂਦੇ ਪਏ, ਅੰਤ ਜਦੋਂ ਮਹਾਰਾਜ ਜੀ ਬਿਲਕੁਲ ਜੋਤੀ ਜੋਤ ਸਮਾਉਣ ਲੱਗੇ, ਅਖੀਰਲਾ ਬਚਨ ਮਹਾਰਾਜ ਸਾਹਿਬ ਜੀ ਉਸ ਵੇਲੇ ਬੋਲਦੇ। ਇਹ ਬਚਨ ਆਖਿਆ ਹੈ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਤਿਗੁਰਾਂ ਨੇ ਆਖਿਆ, ਭਾਈ ਜੋ ਨਿਰਵਾਣ ਕੀਰਤਨ ਹੈ ਉਹ ਕਰਨਾ ਹੈ। ਨਿਰਵਾਣ ਤੋਂ ਭਾਵ ਇੱਕ ਰਸ ਸਾਡੇ ਤੋਂ ਬਾਅਦ ਵਿੱਚ ਜਦੋਂ ਅਸੀਂ ਸਰੀਰ ਛੱਡ ਕੇ ਚਲੇ ਜਾਈਏ ਉਸ ਵੇਲੇ ਕੀਰਤਨ ਕਰਨਾ ਹੈ। ਆਪਾਂ ਪਹਿਲਾਂ ਵੀ ਇਹ ਬਚਨ ਸਰਵਣ ਕੀਤੇ। ਭਾਈ ਹਰ ਸਿੰਘ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਰਹਿਣ ਵਾਲੇ ਸਿੱਖ, ਉਹਨਾਂ ਨੇ ਇੱਕ ਡਾਇਰੀ ਲਿਖੀ ਹੈ ਜੋ ਮਹਾਰਾਜ ਦੇ ਨਾਲ ਹਰ ਵੇਲੇ ਰਹਿ ਕੇ ਬਚਨ ਬਲਾਸ ਲਿਖਦੇ ਰਹਿੰਦੇ। ਉਹਦੇ ਵਿੱਚ ਉਹਨਾਂ ਨੇ ਬਚਨ ਲਿਖਿਆ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਸਾਹਿਬ ਨੂੰ ਜਾਣ ਲੱਗੇ ਉਸ ਵੇਲੇ ਕਿਹੜੇ ਕਿਹੜੇ ਗੁਰਬਾਣੀ ਦੇ ਸ਼ਬਦ ਗਾਇਨ ਕਰਨੇ ਉਹ ਪਹਿਲਾਂ ਹੀ ਮਹਾਰਾਜ ਸਾਹਿਬ ਜੀਆਂ ਨੇ ਰਾਗੀ ਸਿੰਘਾਂ ਨੂੰ ਦੱਸੇ ਕਿ ਜਿਸ ਵੇਲੇ ਅਸੀਂ ਚਿਖਾ ਵੱਲ ਪ੍ਰਸਥਾਨ ਕਰਾਂਗੇ ਤੁਸੀਂ ਇਸ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨਾ ਹੈ। ਲੰਗਰ ਪ੍ਰਸ਼ਾਦਾ ਵੀ ਸਿੰਘਾਂ ਨੂੰ ਬਣਾ ਕੇ ਵਰਤਾਉਣ ਵਾਸਤੇ ਪਹਿਲਾਂ ਹੀ ਹੁਕਮ ਲਾ ਦਿੱਤੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਸਰੀਰ ਵਿੱਚ ਹੁੰਦਿਆਂ ਹੋਇਆਂ ਗੁਰਬਾਣੀ ਦਾ ਕੀਰਤਨ ਤੇ ਲੰਗਰ ਪ੍ਰਸ਼ਾਦਾ ਨਾਲ ਹੀ ਸ਼ੁਰੂ ਕਰਵਾ ਦਿੱਤਾ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਨਿਰਵਾਣ ਜੋ ਇੱਕ ਰਸ ਗੁਰਬਾਣੀ ਦਾ ਕੀਰਤਨ ਹੈ, ਜਦੋਂ ਅਸੀਂ ਜੋਤੀ ਜੋਤ ਸਮਾਈਏ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ। ਇਹ ਗੁਰਸਿੱਖੋ ਉਸ ਵੇਲੇ ਗੁਰਬਾਣੀ ਦੇ ਸ਼ਬਦ ਪੜ੍ਹਨੇ ਹਨ। ਕੇਸੋ ਗੋਪਾਲ ਪੰਡਤ ਸੱਦਿਓ। ਮਹਾਰਾਜ ਬਖਸ਼ਿਸ਼ ਕਰਦੇ। ਕੇਸੋ ਗੋਪਾਲ ਨਾਮ ਦਾ ਇੱਕ ਪੰਡਤ ਸੀ, ਮਹਾਰਾਜ ਜੀ ਦਾ ਸਿੱਖ ਬਣਿਆ ਹੋਇਆ ਹੈ। ਸਿੱਖ ਹੈ ਪਰ ਹੈ ਪੰਡਤ। ਕੇਸੋ ਇਸ ਦਾ ਨਾਮ ਸੀ। ਉਸ ਵੇਲੇ ਬਚਨ ਆ ਗਿਆ ਜੀ, ਕੇਸੋ ਗੋਪਾਲ ਨੂੰ ਸੱਦ ਕੇ ਤੇ ਫਿਰ ਉਹਦੇ ਕੋਲੋਂ ਕਥਾ ਕਰਵਾਈਏ, ਕਿਉਂਕਿ ਉਹਨਾਂ ਸਮਿਆਂ ਵਿੱਚ ਗਰੜ ਪੁਰਾਣ ਦੀ ਕਥਾ ਜਿਹੜੀ ਹੈ ਨਾ, ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਵੇ, ਅੱਜ ਵੀ ਹਿੰਦੂ ਮਤ ਦੇ ਵਿੱਚ ਗਰੜ ਪੁਰਾਣ ਦੀ ਕਥਾ ਜਦੋਂ ਕੋਈ ਸਰੀਰ ਛੱਡ ਜਾਂਦਾ ਉਸ ਵੇਲੇ ਸੁਣੀ ਜਾਂਦੀ, ਕਰਵਾਈ ਜਾਂਦੀ ਹੈ। ਮਹਾਰਾਜ ਤੁਹਾਡਾ ਹੁਕਮ ਹੋਵੇ ਤੇ ਉਸ ਨੂੰ ਬੁਲਾ ਕੇ ਕੇਸੋ ਗੋਪਾਲ ਨੂੰ, ਜੋ ਆਪ ਜੀ ਦਾ ਸਿੱਖ ਹੈ, ਉਹਦੇ ਕੋਲੋਂ ਫਿਰ ਇਹ ਜਿਹੜੀ ਕਥਾ ਹੈ, ਜੇ ਤੁਹਾਡਾ ਹੁਕਮ ਹੋਵੇ ਤੇ ਕਰਾਉਣਾ ਕਰੀਏ। ਫਰਮਾਉਂਦੇ ਹਨ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕਹਿਣ ਲੱਗੇ, ਭਾਈ ਪੁਰਾਣ ਨੂੰ ਰਹਿਣ ਦਿਓ, ਜਿਹੜੀ ਹਰ ਹਰ ਕਥਾ ਹੈ ਪਰਮੇਸ਼ਰ ਦੇ ਨਾਮ ਦੀ ਕਥਾ ਕਰਿਓ। ਪਰਮੇਸ਼ਰ ਦੀ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੀ ਹੈ, ਇਸ ਗੁਰਬਾਣੀ ਦਾ ਹੀ ਕੀਰਤਨ ਕਰਨਾ ਹੈ, ਇਸੇ ਗੁਰਬਾਣੀ ਦੀ ਹੀ ਵਿਚਾਰ ਕਰਨੀ ਹੈ, ਇਸੇ ਗੁਰਬਾਣੀ ਨੂੰ ਹੀ ਪੜ੍ਹਨਾ ਹੈ, ਇਸੇ ਗੁਰਬਾਣੀ ਨੂੰ ਹੀ ਸੰਗਤਾਂ ਨੂੰ ਸੁਣਾਉਣਾ ਹੈ। ਸੋ ਇਹ ਗਰੜ ਪੁਰਾਣ ਦੀ ਕਥਾ ਵਗੈਰਾ ਕਰਨੀ ਜਾਂ ਇਸ ਤਰ੍ਹਾਂ ਦੇ ਕਿਰਿਆ ਕਰਮ ਕਰਨੇ ਜੋ ਗੁਰਮਤਿ ਵਿੱਚ ਨਹੀਂ ਹਨ, ਐਸਾ ਕਾਰਜ ਕਿਸੇ ਨੇ ਨਹੀਂ ਕਰਨਾ ਹੈ। ਸੋ ਇਹ ਮਹਾਰਾਜ ਸਾਹਿਬ ਜੀ ਆਪਣੇ ਸਿੱਖਾਂ ਨੂੰ ਉਸ ਵੇਲੇ ਬਚਨ ਬਖਸ਼ਿਸ਼ ਕਰਦੇ ਹਨ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ। ਮਹਾਰਾਜ ਕਹਿਣ ਲੱਗੇ, ਹਰੀ ਦੇ ਸੰਬੰਧ ਵਿੱਚ ਜਿਹੜੀ ਕਥਾ ਹੈ, ਪਰਮਾਤਮਾ ਦੀ ਸਿਫਤ ਵਿੱਚ ਜਿਹੜੀ ਕਥਾ ਹੈ, ਉਹ ਕਥਾ ਕਰਨੀ ਹੈ। ਹਰ ਨਾਮ ਸੁਣੀਏ। ਹਰੀ ਪਰਮੇਸ਼ਰ ਦਾ ਨਾਮ ਜੋ ਵਾਹਿਗੁਰੂ ਮੰਤਰ ਹੈ, ਇਸੇ ਨੂੰ ਹੀ ਸੁਣਨਾ ਹੈ। ਵਿਬਾਨ ਹਰ ਰੰਗ ਗੁਰ ਭਾਵੈ। ਗੁਰੂ ਪਾਤਸ਼ਾਹ ਜੀਆਂ ਦਾ ਬਚਨ ਜਿਹੜਾ ਸਾਡਾ ਵਿਮਾਨ ਤਿਆਰ ਕਰਨਾ ਹੈ, ਜਿਸ ਵੇਲੇ ਸਾਨੂੰ ਸਾਡੇ ਪਵਿੱਤਰ ਸਰੀਰ ਨੂੰ ਸੋ ਸ਼ਮਸ਼ਾਨ ਵਾਲੀ ਜਗ੍ਹਾ ਤੇ ਜਿੱਥੇ ਅੰਤਮ ਸੰਸਕਾਰ ਹੋਣਾ ਹੈ, ਜਦੋਂ ਉਸ ਜਗ੍ਹਾ ਤੇ ਲੈ ਕੇ ਜਾਣਾ ਤੇ ਵਿਮਾਨ ਤਾਂ ਤਿਆਰ ਕਰਨਾ ਹੈ।
ਭੱਲਿਆਂ ਦੀ ਕੁਲ ਦੇ ਸਾਹਿਬਜ਼ਾਦਿਆਂ ਨੇ ਪੁੱਛਿਆ, ਮਹਾਰਾਜ ਭੱਲਿਆਂ ਦੇ ਵਿੱਚ ਹਰੇ ਰੰਗ ਦਾ ਕੱਪੜਾ ਪਾਇਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਚੜ੍ਹਾਈ ਕਰ ਜਾਵੇ ਉਹਦੇ ਉੱਪਰ ਹਰੇ ਰੰਗ ਦਾ ਕੱਪੜਾ ਪਾ ਕੇ ਤੇ ਫਿਰ ਵਿਮਾਨ ਤਿਆਰ ਕਰਕੇ ਲੈ ਕੇ ਜਾਂਦੇ। ਮਹਾਰਾਜ ਤੁਹਾਡਾ ਕੀ ਹੁਕਮ ਹੈ, ਇਹ ਕਿਰਿਆ ਅਸੀਂ ਕਿਸ ਤਰ੍ਹਾਂ ਕਰੀਏ? ਤੇ ਪਾਤਸ਼ਾਹ ਕਹਿਣ ਲੱਗੇ, ਬੇਬਾਨ ਹਰ ਰੰਗ ਗੁਰ ਭਾਵੇ। ਜਿਹੜਾ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਣਾ ਹੈ, ਪਰਮਾਤਮਾ ਦੇ ਰੰਗ ਕਹੀਏ ਪ੍ਰੇਮ ਦੇ ਵਿੱਚ ਰਹਿਣਾ ਹੈ, ਇਹ ਬਚਨ ਗੁਰੂ ਨੂੰ ਭਾਉਂਦੇ ਹਨ। ਇਸ ਕਰਕੇ ਇਸ ਤਰ੍ਹਾਂ ਦੇ ਹਰੇ ਪੀਲੇ ਕੱਪੜੇ ਦੀ ਵਰਤੋਂ ਜਿਹੜੀ ਹੈ ਇਹਦੀ ਮਨਾਹੀ ਕਰਦੇ ਹਨ। ਪਿੰਡ ਪੱਤਲ ਕਿਰਿਆ ਦੀਵਾ ਫੁੱਲ। ਸਤਿਗੁਰੂ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਪਿੰਡ ਭਰਾਣੇ। ਹਿੰਦੂ ਮਤ ਵਿੱਚ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹੈ ਉਹਦੇ ਪਿੰਡ ਭਰਾਉਣ ਦੀ ਕਿਰਿਆ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੱਤਲਾਂ ਦੇਣੀਆਂ, ਇਹ ਕਿਰਿਆ ਕੀਤੀ ਜਾਂਦੀ ਹੈ। ਕਿਰਿਆ ਕਰਨੀ, ਕਿਰਿਆ ਕਰਮ ਕਰਨੇ, ਇਹ ਸਭ ਕੁਝ ਕੀਤਾ ਜਾਂਦਾ ਹੈ। ਤੇ ਦੀਵਾ ਜਗਾਉਣਾ, ਇਹ ਸਾਰੇ ਕਰਮ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ ਉਦੋਂ ਇਹ ਕਰਮ ਕੀਤੇ ਜਾਂਦੇ। ਪੱਤਲਾਂ ਭਰਨੀਆਂ, ਦੀਵੇ ਜਗਾ ਲੈਣੇ, ਇਸੇ ਤਰ੍ਹਾਂ ਕਿਰਿਆ ਕਰਮ ਕਰਨਾ, ਇਹ ਅੱਜ ਵੀ ਕਈਆਂ ਥਾਵਾਂ ਤੇ ਸਿੱਖਾਂ ਵਿੱਚ ਵੀ ਇਹ ਕਰਮ ਕੀਤਾ ਜਾਂਦਾ ਹੈ। ਪਰ ਇਹ ਰਹੁ ਰੀਤੀ ਜਿਹੜੀ ਮਰਿਆਦਾ ਹੈ ਇਹ ਸਿੱਖ ਧਰਮ ਦੀ ਨਹੀਂ ਹੈ, ਇਹ ਹਿੰਦੂ ਮਤ ਦੀ ਪਰੰਪਰਾ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਫੁੱਲ ਹਰ ਸਰ ਪਾਵੈ। ਇਹ ਜਿਹੜੇ ਫੁੱਲ ਹਨ ਜਦੋਂ ਸੰਸਕਾਰ ਹੋ ਜਾਂਦਾ ਨਾ ਗੁਰਮੁਖੋ, ਫਿਰ ਜਿਹੜੇ ਸਰੀਰ ਦੇ ਹੱਡ ਨੇ ਉਹਨਾਂ ਨੂੰ ਚੁਗ ਲਿਆ ਜਾਂਦਾ, ਉਹਨੂੰ ਫੁੱਲ ਕਹਿੰਦੇ। ਤੇ ਕਈਆਂ ਦਾ ਵਿਚਾਰ ਇਹ ਹੈ ਵੀ ਉਹ ਫੁੱਲ ਕੱਢ ਕੇ ਉਹਨਾਂ ਫੁੱਲਾਂ ਨੂੰ ਗੰਗਾ ਵਿੱਚ ਪਾ ਕੇ ਆਈਏ ਤੇ ਜਿਹੜਾ ਜੀਵ ਚੜ੍ਹਾਈ ਕਰ ਜਾਂਦਾ ਉਹਨੂੰ ਮੁਕਤੀ ਮਿਲ ਜਾਂਦੀ ਹੈ। ਮਹਾਰਾਜ ਸਾਹਿਬ ਜੀ ਨੂੰ ਪੁੱਛਿਆ, ਸਤਿਗੁਰੂ ਤੁਹਾਡਾ ਕੀ ਵਿਚਾਰ ਹੈ, ਕੀ ਕਰਨਾ ਕਰੀਏ? ਮਹਾਰਾਜ ਕਹਿਣ ਲੱਗੇ, ਫੁੱਲ ਹਰ ਸਰ ਪਾਵੇ। ਸਾਡੇ ਵਾਸਤੇ ਤੇ ਗੰਗਾ ਭਾਈ ਗੁਰੂ ਦੀ ਸੰਗਤ ਹੀ ਹੈ, ਇਹੋ ਹੀ ਹੈ ਗੰਗਾ ਜੋ ਗੁਰੂ ਦੀ ਸੰਗਤ ਹੈ। ਮਹਾਰਾਜ ਕਹਿਣ ਲੱਗੇ, ਸੰਗਤ ਦੇ ਚਰਨਾਂ ਦੀ ਧੂੜੀ ਵਿੱਚ ਹੀ ਸਾਡੇ ਫੁੱਲ ਮਿਲਾ ਦੇਣੇ ਭਾਈ, ਇਹੋ ਹੀ ਤੁਸੀਂ ਕਿਰਿਆ ਅੰਤ ਦੀ ਕਰਨੀ ਹੈ। ਇਹ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਇਸੇ ਪੌੜੀ ਨੂੰ ਮਹਾਰਾਜ ਫਿਰ ਤੋਂ ਫਰਮਾਉਂਦੇ ਹਨ, ਅੰਤ ਸਤਿਗੁਰ ਬੋਲਿਆ। ਉਹ ਹੁਣ ਆਪਾਂ ਗੁਰਮਤਿ ਅਨੁਸਾਰ ਜਿਸ ਤਰ੍ਹਾਂ ਕਿਰਿਆ ਹੁੰਦੀ ਹੈ ਉਹ ਆਪਾਂ ਬਚਨ ਮਹਾਰਾਜ ਦੇ ਸਰਵਣ ਕਰਾਂਗੇ। ਅੰਤਿ ਸਤਿਗੁਰ ਬੋਲਿਆ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੰਤ ਵੇਲੇ ਜੋਤੀ ਜੋਤ ਸਮਾਉਣ ਲੱਗੇ ਨਾ, ਉਸ ਵੇਲੇ ਬਚਨ ਇਹ ਕੀਤੇ। ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਆਪਣਾ ਸਰੀਰ ਛੱਡ ਕੇ ਸੱਚਖੰਡ ਨੂੰ ਗਏ, ਉਸ ਵੇਲੇ ਵੀ ਮਹਾਰਾਜ ਨੇ ਕਿਰਿਆ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਗੁਰਮਤਿ ਅਨੁਸਾਰ ਉਹਨਾਂ ਬਚਨਾਂ ਨੂੰ ਮਹਾਰਾਜ ਫਰਮਾਉਂਦੇ ਹਨ, ਅੰਤ ਸਤਿਗੁਰ ਬੋਲਿਆ। ਇਸ ਵੇਲੇ ਜੋਤੀ ਜੋਤ ਸਮਾਉਣ ਲੱਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਫਿਰ ਬਚਨ ਕਰਦੇ ਹਨ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਾਡੇ ਤੋਂ ਬਾਅਦ ਵਿੱਚ ਕੀਰਤਨ ਕਰਨਾ ਇਹ ਸਾਡਾ ਹੁਕਮ ਹੈ। ਇਹ ਜੋ ਕੀਰਤਨ ਹੈ ਇਸ ਨੂੰ ਨਿਰਵਾਣ ਤੋਂ ਭਾਵੇਂ ਬੰਧਨਾਂ ਤੋਂ ਰਹਿਤ ਕਰਨ ਵਾਲਾ ਹੈ। ਗੁਰੂ ਕੀ ਬਾਣੀ ਦਾ ਕੀਰਤਨ, ਇਸ ਕੀਰਤਨ ਨੂੰ ਕਰਨਾ ਹੈ। ਕੇਸੋ ਗੋਪਾਲ ਪੰਡਤ ਸੱਦਿਓ। ਉਹ ਕੇਸੋ ਨਾਮ ਪ੍ਰਮਾਤਮਾ ਦਾ ਹੀ ਹੈ, ਇੱਥੇ ਕਿਸੇ ਪੰਡਤ ਦਾ ਨਾਮ ਨਹੀਂ ਹੈ। ਬਾਣੀ ਦਾ ਬਚਨ ਹੈ, ਕੇਸੋ ਕੇਸੋ ਕੂਕੀਐ ਨਾ ਸੋਈਐ, ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਇਹ ਬਚਨ ਪਾਤਸ਼ਾਹ ਜੀ ਦੇ। ਕੇਸੋ ਨਾਮ ਪ੍ਰਮਾਤਮਾ ਦਾ, ਗੋਪਾਲ ਨਾਮ ਵੀ ਪ੍ਰਮਾਤਮਾ ਦਾ ਹੈ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਮਹਾਰਾਜ ਸਾਹਿਬ ਜੀਆਂ ਦੇ ਬਚਨ। ਗੋਪਾਲ ਨਾਮ ਵੀ ਪ੍ਰਮਾਤਮਾ ਦਾ ਹੈ। ਅਤੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਅਗਲਾ ਬਚਨ ਕਰਦੇ, ਕੇਸੋ ਗੋਪਾਲ ਤੇ ਪੰਡਤ ਨਾਮ ਵੀ ਗੁਰਮੁਖੋ ਪ੍ਰਮਾਤਮਾ ਦਾ ਹੀ ਹੈ। ਗੁਰਬਾਣੀ ਦੇ ਵਿੱਚ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪ ਬੀਆ। ਇਹ ਬਚਨ ਪਾਤਸ਼ਾਹ ਜੀ ਦਾ ਕਿ ਉਹ ਪ੍ਰਮਾਤਮਾ ਆਪ ਹੀ ਪੜਿਆ ਹੋਇਆ ਪੰਡਤ ਕਹੀਏ ਵਿਦਵਾਨ ਹੈ। ਸੋ ਇਹ ਪੰਡਤ ਇੱਥੇ ਸ਼ਬਦ ਜਿਹੜਾ ਹੈ ਇਹ ਵੀ ਪ੍ਰਮਾਤਮਾ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਲਿਖਿਆ। ਪਾਤਸ਼ਾਹ ਕਹਿਣ ਲੱਗੇ, ਸੋ ਬਚਨ ਇਹ ਹੈ, ਕੇਸੋ ਗੋਪਾਲ ਪੰਡਤ ਤੇ ਸਦਿਓ। ਤੇ ਗੁਰਮੁਖੋ ਸਦਿਓ ਤੋਂ ਭਾਵ ਹੈ ਆਵਾਹਨ ਕਰਨਾ, ਯਾਦ ਕਰਨਾ
ਕਹਿਣ ਲੱਗੇ ਉਸ ਪ੍ਰਮਾਤਮਾ ਨੂੰ ਭਾਈ ਜਿਹਦਾ ਨਾਮ ਕੇਸੋ ਹੈ, ਜਿਹਦਾ ਨਾਮ ਗੋਪਾਲ ਹੈ, ਜਿਹਦਾ ਨਾਮ ਪੰਡਤ ਹੈ, ਉਸ ਪ੍ਰਮਾਤਮਾ ਨੂੰ ਆਵਾਹਨ ਕਰੋ, ਉਸ ਨੂੰ ਸੱਦਣਾ ਕਰੋ। ਕਹਿਣ ਤੋਂ ਭਾਵ ਕਿ ਉਸ ਨੂੰ ਚੇਤੇ ਕਰਨਾ ਕਰੋ। ਹਰ ਹਰ ਕਥਾ ਪੜੈ ਪੁਰਾਣ ਜੀਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪੁਰਾਣ ਜੋ ਅਨਾਦਿ ਪ੍ਰਮਾਤਮਾ ਹੈ, ਪੁਰਾਣ ਤੋਂ ਭਾਵ ਲੈ ਲੈਣਾ ਜੋ ਪੁਰਾਤਨ ਹੈ, ਅਨਾਦਿ ਪ੍ਰਮਾਤਮਾ, ਉਸ ਦੀ ਜੋ ਹਰ ਹਰ ਕਥਾ ਹੈ, ਪਰਮੇਸ਼ਰ ਦੀ ਜੋ ਕਥਾ ਕਹਾਣੀ ਹੈ, ਉਸ ਨੂੰ ਪੜ੍ਹਨਾ ਹੈ। ਹਰ ਕਥਾ ਪੜੀਐ ਹਰ ਨਾਮ ਸੁਣੀਐ। ਹਰੀ ਪਰਮੇਸ਼ਰ ਦੀ ਕਥਾ ਨੂੰ ਪੜ੍ਹਨਾ ਹੈ, ਹਰੀ ਪਰਮੇਸ਼ਰ ਦਾ ਹੀ ਨਾਮ ਗੁਰਮੁਖੋ ਸੁਣਨਾ ਹੈ। ਬੇਬਾਨ ਹਰ ਰੰਗ ਗੁਰ ਭਾਵੈ। ਗੁਰਮੁਖੋ ਜਿਹੜਾ ਰੰਗ ਕਹੀਏ ਪ੍ਰੇਮ ਕਰਨਾ ਹੈ, ਇਹੋ ਹੀ ਵਿਮਾਨ ਗੁਰੂ ਨੂੰ ਪਾਉਂਦਾ ਹੈ। ਵਿਮਾਨ ਕਿਹੜਾ ਤਿਆਰ ਕਰਨਾ ਹੈ? ਜਿਹੜਾ ਗੁਰੂ ਨਾਲ ਪ੍ਰੇਮ ਕਰਨਾ ਹੈ, ਇਹ ਪ੍ਰੇਮ ਰੂਪੀ ਵਿਮਾਨ ਨੂੰ ਤਿਆਰ ਕਰਨਾ ਹੈ। ਪਿੰਡ ਪੱਤਲ ਕਿਰਿਆ ਦੀਵਾ। ਉਹ ਪਿੰਡ ਨਾਮ ਸਰੀਰ ਦਾ ਹੈ। ਕਹਿਣ ਲੱਗੇ ਪ੍ਰਮਾਤਮਾ ਦੀ ਬਖਸ਼ਿਸ਼ ਰੂਪੀ ਪਿੰਡ ਹੈ। ਸੋ ਅਨਮਤਾਂ ਦੇ ਵਿੱਚ ਪਿੰਡ ਭਰਨੇ ਇਹ ਕਿਰਿਆ ਕੀਤੀ ਜਾਂਦੀ ਹੈ, ਪਰ ਮਹਾਰਾਜ ਇੱਥੇ ਪਿੰਡ ਕਹਿੰਦੇ ਨੇ ਜੋ ਪ੍ਰਮਾਤਮਾ ਦੀ ਬਖਸ਼ਿਸ਼ ਰੂਪੀ ਇਹ ਸਾਡਾ ਪਿੰਡ ਕਹੀਏ ਸਰੀਰ ਹੈ। ਨਾਨਕ ਪਿੰਡ ਬਖਸ਼ੀਸ ਕਾ ਕਬਹੁ ਨਿਖੁਟਸ ਨਾਹੇ। ਸੋ ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ, ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਵੀ ਆਸਾ ਰਾਗ ਵਿੱਚ ਉਸੇ ਤਰ੍ਹਾਂ ਹੀ ਬਚਨ ਬਖਸ਼ਿਸ਼ ਕੀਤੇ, ਜਿਸ ਤਰ੍ਹਾਂ ਦਾ ਬਚਨ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਪਏ। ਪਿੰਡ ਪਤਲ ਮੇਰੀ ਕੇਸੋ ਕਿਰਿਆ ਸਚ ਨਾਮ ਕਰਤਾਰ। ਇਹ ਬਚਨ ਮਹਾਰਾਜ ਨੇ ਆਸਾ ਰਾਗ ਵਿੱਚ ਲਿਖੇ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ। ਸੋ ਮਹਾਰਾਜ ਕਹਿਣ ਲੱਗੇ ਬਚਨ ਆ ਗੁਰਮੁਖੋ ਪਿੰਡ ਕੀ ਹੈ? ਪਿੰਡ ਪਤਲ ਮੇਰੀ ਕੇਸੋ ਕਿਰਿਆ ਸਚ ਨਾਮ ਕਰਤਾਰ। ਸੋ ਜਿਹੜਾ ਕੇਸੋ ਕੇਸੋ ਦਾ ਨਾਮ ਜਪਣਾ, ਕੇਸੋ ਕੌਣ ਹੈ? ਪਰਮਾਤਮਾ। ਜਿਹੜਾ ਪਰਮਾਤਮਾ ਦਾ ਨਾਮ ਜਪਣਾ, ਇਹ ਪਿੰਡ ਭਰਨਾ ਹੈ। ਅਤੇ ਇਸੇ ਤਰ੍ਹਾਂ ਸੱਚ ਨਾਮ ਕਰਤਾਰ, ਜਿਹੜਾ ਸੱਚਾ ਨਾਮ ਜਪਣਾ ਹੈ, ਇਹ ਪਤਲਾਂ ਭਰਨੀਆਂ, ਪਤਲਾਂ ਦੇਣੀਆਂ ਹਨ। ਪਾਤਸ਼ਾਹ ਕਹਿਣ ਲੱਗੇ ਤੇ ਕਰਤਾਰ ਕਰਤਾਰ ਜਿਹੜਾ ਕਹਿਣਾ, ਆਪਣੇ ਮੁਖ ਤੋਂ ਕਰਤਾਰ ਨਾਮ ਵੀ ਪ੍ਰਮਾਤਮਾ ਦਾ ਹੀ ਹੈ। ਜਿਹੜਾ ਕਰਤਾਰ ਕਰਤਾਰ ਕਹਿਣਾ ਹੈ, ਇਹ ਕਿਰਿਆ ਕਰਨੀ ਹੈ। ਇਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ। ਪਿੰਡ ਪਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ, ਇਹ ਆਸਾ ਰਾਗ ਦਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ। ਤੇ ਪਾਤਸ਼ਾਹ ਫਰਮਾਉਂਦੇ ਹਨ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ। ਉਹ ਦੀਵਾ ਕਿਹੜਾ ਹੈ? ਦੀਵਾ ਹੈ ਨਾਮ ਰੂਪੀ ਦੀਵਾ ਹੈ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਇਹ ਦੀਵਾ ਕਿਹੜਾ ਜਗਾਉਣਾ ਹੈ? ਨਾਮ ਰੂਪੀ ਦੀਵਾ ਜਗਾਉਣਾ ਹੈ। ਪਿੰਡ ਪਤਲ ਮਹਾਰਾਜ ਬਚਨ ਬਖਸ਼ਿਸ਼ ਕਰਦੇ। ਸੋ ਕਿਰਿਆ ਦੀਵਾ, ਇਹ ਸਾਰੀ ਜਿਹੜੀ ਕਿਰਿਆ ਹੈ, ਇਹ ਨਾਮ ਰੂਪੀ ਦੀਵਾ ਹੈ। ਇਹ ਸਾਰੇ ਬਚਨ ਬਖਸ਼ਦੇ ਹਨ। ਫੁੱਲ ਹਰ ਸਰ ਪਾਵੈ। ਸਰ ਤੋਂ ਭਾਵ ਕੀ ਹੈ? ਵਿਦਵਾਨਾਂ ਨੇ ਵੈਸੇ ਹਰ ਸਰ ਦਾ ਅਰਥ ਗੰਗਾ ਕੀਤਾ ਹੈ, ਪਰ ਗੁਰੂ ਕੀ ਗੰਗਾ ਕੀ ਹੈ? ਇਹ ਜੋ ਸਾਧ ਸੰਗਤ ਹੈ। ਪਾਤਸ਼ਾਹ ਕਹਿਣ ਲੱਗੇ ਸਾਧ ਸਰੂਪੀ ਗੰਗਾ ਦੇ ਵਿੱਚ, ਸੋ ਇਹ ਸਾਡੇ ਜਿਹੜੇ ਫੁੱਲ ਨੇ ਉਹ ਚਰਨਾਂ ਦੀ ਧੂੜੀ ਸੰਗਤ ਦੀ ਵਿੱਚ ਰਲਾ ਦੇਣੇ। ਇਸ ਤਰ੍ਹਾਂ ਦਾ ਹੁਕਮ ਮਹਾਰਾਜ ਸਾਹਿਬ ਜੀ ਬਚਨ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਹਨ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ ਗੰਗ ਬਨਾਰ ਸਿਫਤ ਤੁਮਾਰੀ ਨਾਵੇ ਆਤਮ ਰਾਓ। ਇਹ ਗੁਰਬਾਣੀ ਦਾ ਬਚਨ ਹੈ। ਪਰਮਾਤਮਾ ਗੰਗਾ ਤੇਰੀ ਸਿਫਤ ਹੀ ਹੈ। ਗੰਗਾ ਦੇ ਵਿੱਚ ਇਸ਼ਨਾਨ ਕਰਨ ਦਾ ਲਾਭ ਨਹੀਂ, ਪਰ ਤੇਰੀ ਸਿਫਤ ਕਰਨ ਦਾ ਜਿਹੜਾ ਲਾਭ ਹੈ ਉਹ ਜ਼ਰੂਰ ਪ੍ਰਾਪਤ ਹੁੰਦਾ ਹੈ। ਪਰਮਾਤਮਾ ਦੀ ਸਿਫਤ ਕਰਨੀ ਹੀ ਗੰਗਾ ਦਾ ਇਸ਼ਨਾਨ ਹੈ। ਪਾਤਸ਼ਾਹ ਜੀ ਇਸੇ ਸ਼ਬਦ ਦੀ ਪੌੜੀ ਨੂੰ ਫਿਰ ਬਖਸ਼ਿਸ਼ ਕਰਦੇ ਹਨ। ਅੰਤੇ ਸਤਿਗੁਰ ਬੋਲਿਆ। ਇਸ ਵੇਲੇ ਅੰਤ ਵੇਲੇ ਮਹਾਰਾਜ ਸਾਹਿਬ ਜੀ ਆਪਣਾ ਇਹ ਸਰੀਰ ਛੱਡ ਕੇ ਸੱਚਖੰਡ ਨੂੰ ਜਾਣ ਲੱਗੇ। ਉਸ ਵੇਲੇ ਬਚਨ ਬਖਸ਼ਿਸ਼ ਕਰਦੇ ਹਨ। ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜੀਓ। ਪਾਤਸ਼ਾਹ ਕਹਿਣ ਲੱਗੇ ਸਾਡੇ ਤੋਂ ਬਾਅਦ ਵਿੱਚ ਸੋ ਜੋ ਪਰਮਾਤਮਾ ਹੈ, ਜਿਹੜਾ ਕਿਸੇ ਵੀ ਬੰਧਨ ਵਿੱਚ ਨਹੀਂ ਆਉਂਦਾ ਹੈ, ਉਸ ਪਰਮਾਤਮਾ ਦਾ ਕੀਰਤਨ ਕਰਨਾ। ਨਿਰਵਾਣ ਜਿਹੜਾ ਬੰਧਨਾਂ ਤੋਂ ਰਹਿਤ ਪਰਮਾਤਮਾ, ਇਹ ਤੀਜਾ ਅਰਥ ਕੀਤਾ ਵਿਦਵਾਨਾਂ ਨੇ। ਉਸ ਪਰਮਾਤਮਾ ਦੀ ਕੀਰਤੀ ਕਰਨੀ ਹੈ। ਕੇਸੋ ਗੋਪਾਲ ਪੰਡਤ ਸਦੇ ਹੋ। ਕੇਸੋ ਕੇਸੋ ਦਾ ਨਾਮ ਜਪਣਾ ਗੁਰਮੁਖੋ ਇਹੋ ਹੀ
ਕੇਸੋ ਨਾਮ ਦਾ ਪੰਡਤ ਹੈ, ਕਿਸੇ ਪੰਡਤ ਨੂੰ ਨਹੀਂ। ਕੇਸੋ ਕੇਸੋ ਕਹਿਣਾ। ਦੂਜਾ ਬਚਨ ਪਿੰਡ ਨਾਮ ਹੈ, ਪਿੰਡ ਭਰਾਉਣ ਦਾ। ਗੋਪਾਲ ਗੋਪਾਲ ਕਹਿਣਾ, ਜਪਣਾ, ਪਤਲਾਂ ਦੇਣੀਆਂ, ਪੰਡਤ ਸਦਨਾ ਤਤ ਵੇਤਾ, ਮਹਾਤਮਾ ਨੂੰ ਬੁਲਾਉਣਾ, ਕਿਰਿਆ ਕਰਮ ਕਰਨੇ। ਸੋ ਇਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਸਾਨੂੰ ਬਖਸ਼ਿਸ਼ ਕੀਤੇ। ਬਚਨ ਇਹ ਹੈ ਕਿ ਸੋ ਨਾਮ ਹੈ ਪਰਮਾਤਮਾ ਦਾ, ਪਰਮਾਤਮਾ ਦੇ ਨਾਮ ਨੂੰ ਜਪਣਾ। ਦੂਜਾ ਬਚਨ ਹੈ ਕਿ ਸੋ ਤੋਂ ਅੱਗੇ ਬਚਨ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ ਪਿੰਡ ਭਰਾਉਣੇ। ਸੋ ਇਸੇ ਤਰ੍ਹਾਂ ਗੋਪਾਲ ਦਾ ਨਾਮ ਜਪਣਾ, ਪਤਲ ਕਹੀਏ ਪਤਲਾਂ ਦੇਣੀਆਂ, ਪੰਡਤ ਸੱਦਿਓ ਤਤ ਵੇਤਾ, ਮਹਾਤਮਾ ਨੂੰ ਬੁਲਾਉਣਾ। ਇਹ ਕਿਰਿਆ ਕਰਮ ਕਰਨੇ। ਇਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ। ਹਰ ਹਰ ਕਥਾ ਪੜੈ ਪੁਰਾਣ ਜੀਓ। ਇਸੇ ਤਰ੍ਹਾਂ ਹਰਨਾਮ, ਹਰੀ ਦਾ ਨਾਮ ਜਪਣਾ, ਇਹ ਦੀਵਾ ਜਗਾਉਣਾ ਹੈ। ਗੁਰਮੁਖੋ ਇਹ ਦੋ ਤਰ੍ਹਾਂ ਦੇ ਅਰਥ ਵਿਦਵਾਨ ਕਰਿਆ ਕਰਦੇ। ਇੱਕ ਖੰਡਕ ਅਰਥ ਹੋਇਆ ਕਰਦੇ, ਇਸੇ ਤਰ੍ਹਾਂ ਇੱਕ ਡੰਡਕ ਅਰਥ ਹੋਇਆ ਕਰਦੇ। ਖੰਡਕ ਅਰਥ ਉਹ ਨੇ ਕਿ ਅੱਖਰਾਂ ਨੂੰ ਤੋੜ ਕੇ, ਇੱਕ ਅੱਖਰ ਨੂੰ ਦੂਜੇ ਨਾਲ ਤੋੜ ਕੇ ਲਾ ਦੇਣਾ, ਦੂਜੇ ਨੂੰ ਪਹਿਲੇ ਨਾਲ ਤੋੜ ਕੇ ਲਾ ਦੇਣਾ, ਇਹਨੂੰ ਖੰਡਕ ਅਰਥ ਕਿਹਾ ਜਾਂਦਾ ਹੈ। ਡੰਡਕ ਅਰਥ ਉਹ ਹੁੰਦੇ ਨੇ ਜਿਹੜਾ ਪੂਰੀ ਦੀ ਪੰਕਤੀ ਬਦਲ ਦੇਣੀ, ਥੱਲੇ ਵਾਲੀ ਪੰਕਤੀ ਉੱਪਰ ਲੈ ਜਾਣੀ, ਉੱਪਰ ਵਾਲੀ ਪੰਕਤੀ ਥੱਲੇ ਲੈ ਜਾਣੀ, ਇਹਨੂੰ ਡੰਡਕ ਅਰਥ ਕਿਹਾ ਜਾਂਦਾ ਹੈ। ਇੱਥੇ ਮਹਾਰਾਜ ਜੀ ਸਾਨੂੰ ਖੰਡਕ ਅਰਥ ਜਿਹੜੇ ਨੇ ਉਹ ਬਖਸ਼ਿਸ਼ ਕਰਦੇ ਪਏ। ਕਹਿਣ ਲੱਗੇ ਭਾਈ ਇਸ ਤਰੀਕੇ ਦੇ ਨਾਲ ਕੇਸੋ, ਪੰਡਤ, ਗੋਪਾਲ, ਪਤਲ, ਪੰਡਤ ਸਦਨਾ, ਕਿਰਿਆ ਕਰਨੀ, ਹਰੀ ਦਾ ਨਾਮ ਤੇ ਦੀਵਾ, ਇਹਨਾਂ ਪੰਕਤੀਆਂ ਦੇ ਵੱਖਰੇ ਵੱਖਰੇ ਸ਼ਬਦ ਆਏ ਨੇ ਪੰਕਤੀਆਂ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਿਰਿਆ ਕਰਨੀ ਹੈ। ਹਰ ਹਰ ਕਥਾ ਪੜੈ ਪੁਰਾਣ ਜੀਓ। ਹਰ ਸਰ ਪਾਵੇ, ਜੋ ਪ੍ਰਫੁੱਲਤ ਹੋ ਕੇ, ਹਰੀ ਜੋ ਪਰਮਾਤਮਾ ਹੈ ਉਸ ਦਾ ਸਰ ਕਹੀਏ ਸਰੋਵਰ, ਜਿਹੜੀ ਸਾਧ ਸੰਗਤ ਹੈ ਇਹ ਪਾਵੇ, ਜਿਹੜੀ ਪ੍ਰਾਪਤੀ ਕਰਨੀ ਹੈ ਇਹ ਗੁਰਮਤ ਹੈ। ਸੋ ਦੁਬਾਰਾ ਫਿਰ ਬਚਨ ਸਰਵਨ ਕਰ ਲਈਏ। ਫੁੱਲ ਤੋਂ ਭਾਵ ਪ੍ਰਫੁੱਲਤ ਹੋ ਕੇ, ਸਰ ਕਹੀਏ ਸਰੋਵਰ, ਇਹ ਗੁਰੂ ਕੀ ਸੰਗਤ ਸਰੋਵਰ ਦੇ ਸਮਾਨ ਹੈ, ਇਸ ਦੀ ਪ੍ਰਾਪਤੀ ਕਰਨੀ ਇਹ ਸਾਡਾ ਹੁਕਮ ਹੈ। ਹਰ ਭਾਇਆ ਸਤਿਗੁਰ ਬੋਲਿਆ। ਮਹਾਰਾਜ ਕਹਿਣ ਲੱਗੇ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਤੇ ਪੁਰਾਣਾਂ ਦੀ ਜਗ੍ਹਾ ਜਿਹੜੀ ਤੁਸੀਂ ਹਰ ਹਰ ਦੀ ਕਥਾ ਪੜ੍ਹਨੀ ਹੈ, ਕਿਸੇ ਪੁਰਾਣ ਪੜ੍ਹਨ ਦੀ ਲੋੜ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਉਹਨਾਂ ਪੁਰਾਣਾਂ ਦੀ ਜਗ੍ਹਾ ਤੇ ਤੁਸੀਂ ਗੁਰੂ ਕੀ ਬਾਣੀ ਦੀ ਕਥਾ, ਪਰਮੇਸ਼ਰ ਦੀ ਸਿਫਤ ਕਰਨੀ ਹੈ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਕਰਕੇ ਤੁਸੀਂ ਹਰੀ ਦੀ ਕਥਾ ਪੜ੍ਹਨੀ ਹੈ ਤੇ ਹਰੀ ਪਰਮੇਸ਼ਰ ਦੀ ਕਥਾ ਸਰਵਨ ਕਰਨੀ ਹੈ। ਬੇਬਾਨ ਹਰ ਰੰਗ ਗੁਰ ਭਾਵੈ। ਅੱਛਾ ਕਹਿਣ ਲੱਗੇ ਬੇਬਾਨ ਤੋਂ ਭਾਵ ਹੈ ਦਵੈਤ ਦੀ ਬਾਣੀ ਤੋਂ ਰਹਿਤ ਹੋ ਜਾਣਾ। ਬੇਬਾਨ ਜਿਹੜੀ ਦਵੈਤ ਵਾਲੀ ਬਾਣੀ, ਦਵੈਤ ਵਾਲੀ ਬਾਣੀ ਕਿਹੜੀ ਹੈ? ਜਿਹਨੂੰ ਆਪਾਂ ਕਹਿ ਦਿੰਦੇ ਈਰਖਾ ਵਾਲੇ ਬਚਨ, ਇਹ ਹੈ ਦਵੈਤ ਵਾਲੀ ਬਾਣੀ। ਜਾਂ ਆਪਾਂ ਕਹਿ ਲਈਏ ਮੋਹ ਵਾਲੇ ਬਚਨ, ਮੋਹ ਵਿੱਚ ਆ ਕੇ ਗੱਲਾਂ ਕਰਨੀਆਂ, ਈਰਖਾ ਵਿੱਚ ਆ ਕੇ ਗੱਲਾਂ ਕਰਨੀਆਂ। ਪਾਤਸ਼ਾਹ ਕਹਿਣ ਲੱਗੇ ਬੇਬਾਨ ਇਹਦੇ ਤੋਂ ਰਹਿਤ ਹੋ ਜਾਣਾ ਹੈ। ਨਾ ਈਰਖਾ ਵਾਲਾ ਬਚਨ, ਨਾ ਮੋਹ ਵਾਲਾ ਬਚਨ। ਹਰ ਰੰਗ ਗੁਰ ਭਾਵੇ, ਰੰਗ ਕਹੀਏ ਜਿਹੜਾ ਪ੍ਰੇਮ ਕਰਨਾ ਹੈ, ਪਰਮਾਤਮਾ ਵਿੱਚ ਕਰਨਾ ਪ੍ਰੇਮ, ਈਰਖਾ ਤੇ ਮੋਹ ਦੀਆਂ ਗੱਲਾਂ ਨੂੰ ਛੱਡ ਕੇ ਗੁਰ ਭਾਵੇ, ਜਿਹੜਾ ਇਸ ਤਰ੍ਹਾਂ ਕਰੇਗਾ ਇਹੋ ਹੀ ਭਾਈ ਗੁਰੂ ਦਾ ਵਿਮਾਨ ਤਿਆਰ ਕਰਨਾ ਹੈ। ਇਹੋ ਹੀ ਗੁਰੂ ਨੂੰ ਭਾਉਣ ਵਾਲੇ ਬਚਨ ਹਨ। ਪਿੰਡ ਪਤਲ ਕਰਿਆ ਦੀਵਾ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਫਿਰ ਸਾਨੂੰ ਚੌਥਾ ਅਰਥ ਬਖਸ਼ਿਸ਼ ਕਰਦੇ। ਅੰਤੇ ਸਤਿਗੁਰ ਬੋਲਿਆ। ਸੋ ਜਿਸ ਵੇਲੇ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਉਸ ਵੇਲੇ ਬਚਨ ਬੋਲਦੇ ਹਨ। ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਸ ਤੋਂ ਬਾਅਦ ਵਿੱਚ ਜੋ ਬੰਧਨਾਂ ਤੋਂ ਰਹਿਤ ਪਰਮਾਤਮਾ ਹੈ ਉਸ ਦੀ ਸਿਫਤ ਦਾ ਤੁਸੀਂ ਕੀਰਤਨ ਕਰਨਾ ਹੈ। ਇਹ ਮਹਾਰਾਜ ਸਾਹਿਬ ਜੀ ਸਾਨੂੰ ਫਰਮਾਉਂਦੇ ਹਨ। ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜੈ ਪੁਰਾਣ ਜੀਓ। ਪਾਤਸ਼ਾਹ ਕਹਿਣ ਲੱਗੇ ਕੇਸੋ ਗੋਪਾਲ ਜੋ ਪਰਮਾਤਮਾ ਹੈ ਉਸ ਨੂੰ ਜਾਣਨ ਵਾਲੇ ਜਿਹੜੇ ਪੰਡਤ ਕਹੀਏ ਤਤ ਵੇਤਾ ਮਹਾਤਮਾ ਹਨ, ਉਹਨਾਂ ਨੂੰ ਆਪਣੇ ਪਾਸ ਸੱਦਿਓ ਕਹੀਏ ਬੁਲਾਉਣਾ ਕਰਿਓ। ਕੇਸੋ ਗੋਪਾਲ ਜੋ ਪਰਮਾਤਮਾ ਹੈ ਉਸ ਪਰਮਾਤਮਾ ਨੂੰ ਜਿਹੜੇ ਜਾਣਨ ਵਾਲੇ ਮਹਾਤਮਾ ਹਨ ਉਹਨਾਂ ਮਹਾਤਮਾ ਨੂੰ ਸੱਦ ਕੇ ਬੁਲਾ ਕੇ ਤੇ ਪਾਤਸ਼ਾਹ ਕਹਿਣ ਲੱਗੇ ਕੀਰਤਨ ਕਰਨਾ। ਫਿਰ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਕਰਨਾ ਹੈ, ਹਰੀ ਹਰ ਨਾਮ ਦਾ ਉਚਾਰਨ ਕਰਨਾ ਹੈ। ਇਹੋ ਹੀ ਪਾਤਸ਼ਾਹ ਕਹਿਣ ਲੱਗੇ ਕਥਾ ਪੜ੍ਹੇ ਪੁਰਾਣ ਜੀਓ, ਇਹੋ ਹੀ ਪੁਰਾਣਾਂ ਦੀ ਕਥਾ ਪੜ੍ਹਨੀ ਹੈ।
ਮਹਾਤਮਾ ਦੇ ਕੋਲ ਜਾ ਕੇ ਜਿਹੜਾ ਬੈਠ ਕੇ ਕੀਰਤਨ ਕਰਨਾ ਹੈ ਜਾਂ ਪਰਮੇਸ਼ਰ ਦਾ ਨਾਮ ਜਪਣਾ ਹੈ, ਇਹੋ ਹੀ ਪਾਤਸ਼ਾਹ ਕਹਿਣ ਲੱਗੇ ਪੁਰਾਣਾਂ ਦੀ ਕਥਾ ਪੜ੍ਹਨੀ ਹੈ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ। ਹਰੀ ਦੀ ਕਥਾ ਨੂੰ ਪੜ੍ਹਨਾ, ਹਰੀ ਪਰਮੇਸ਼ਰ ਦੇ ਨਾਮ ਨੂੰ ਹੀ ਸੁਣਨਾ ਹੈ। ਬੇਬਾਨ ਹਰ ਰੰਗ ਗੁਰ ਭਾਵੈ। ਗੁਰਾਂ ਨੂੰ ਪੁੱਛਿਆ, ਮਹਾਰਾਜ ਸਾਹਿਬ ਜੀ ਆਪ ਜੀ ਸਾਰੀ ਪੁਰਾਤਨ ਮਰਿਆਦਾ ਛੱਡ ਦਿੱਤੀ ਹੈ, ਕੇਵਲ ਨਾਮ ਦੀ ਹੀ ਗੱਲ ਕਰਦੇ ਪਏ ਹੋ। ਤੇ ਗੁਰਬਾਣੀ ਦਾ ਮਹਾਵਾਕ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤਾ ਹੈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੁਰਬਾਣੀ ਦਾ ਬਚਨ ਹੈ ਕਿ ਭਾਈ ਨਾਮ ਤੋਂ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ। ਭਾਵੇਂ ਕੋਈ ਕਿੰਨੀ ਵੀ ਕਿਰਿਆ ਮਰਿਆਦਾ ਕਰੀ ਜਾਵੇ ਕਿ ਮੈਂ ਅੰਤ ਵੇਲੇ ਜਦੋਂ ਕੋਈ ਚੜ੍ਹਾਈ ਕੀਤਾ ਹੈ ਉਦੋਂ ਮੈਂ ਇਹ ਕਿਰਿਆ ਕੀਤੀ, ਮੈਂ ਇਹ ਕਿਰਿਆ ਕੀਤੀ, ਜਿੰਨੀਆਂ ਮਰਜ਼ੀ ਕਿਰਿਆ ਕਰੀ ਚੱਲੋ, ਪਰ ਮੁਕਤੀ ਨਾਮ ਜਪ ਕੇ ਹੋਣੀ ਹੈ। ਜੇ ਨਾਮ ਨਹੀਂ ਨਾ ਜਪਿਆ ਫਿਰ ਭਾਵੇਂ ਗਰੁੜ ਪੁਰਾਣ ਸੁਣ ਲਵੋ, ਭਾਵੇਂ ਫੁੱਲ ਵੀ ਜਾ ਕੇ ਹਰਿਦੁਆਰ ਪਾ ਕੇ ਆ ਜਾਓ, ਭਾਵੇਂ ਹੋਰ ਵੀ ਜਿੰਨੇ ਮਰਜ਼ੀ ਜਿਹੜੇ ਕਰਮ ਕਾਂਡ ਨੇ, ਪੁੰਨ ਦਾਨ ਨੇ, ਉਹ ਵੀ ਭਾਵੇਂ ਕਰ ਲਵੋ, ਪਰ ਮਹਾਰਾਜ ਕਹਿਣ ਲੱਗੇ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਇਸ ਕਰਕੇ ਨਾਮ ਤੋਂ ਬਿਨਾ ਕੋਈ ਮੁਕਤ ਨਹੀਂ ਹੁੰਦਾ ਹੈ। ਇਸ ਲਈ ਅਸੀਂ ਨਾਮ ਦਾ ਉਪਦੇਸ਼ ਦਿੱਤਾ ਹੈ, ਜਿਹੜਾ ਹਰੀ ਵਿਖੇ ਪ੍ਰੇਮ ਕਰਨਾ ਹੈ। ਇਹੋ ਹੀ ਗੁਰਾਂ ਨੂੰ ਬਚਨ ਪਾਉਂਦਾ ਹੈ। ਇਹੋ ਹੀ ਕਹਿ ਲਈਏ ਬਿਮਾਨ ਜਿਹੜਾ ਹੈ ਇਹ ਗੁਰੂ ਨੂੰ ਪਾਉਂਦਾ ਹੈ। ਹੋਰ ਕੋਈ ਰੰਗਦਾਰ ਕੱਪੜਾ ਉਹ ਗੁਰੂ ਨੂੰ ਚੰਗਾ ਨਹੀਂ ਲੱਗਦਾ ਹੈ। ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ। ਬਚਨ ਇਹ ਹੈ, ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਬਾਨ ਹਰ ਰੰਗ ਗੁਰ ਭਾਵੇ। ਜਿਹੜਾ ਗੁਰੂ ਦੇ ਰੰਗ ਵਿੱਚ ਰੰਗੇ ਜਾਣਾ ਹੈ, ਇਹੋ ਹੀ ਬਿਮਾਨ ਗੁਰੂ ਨੂੰ ਚੰਗਾ ਲੱਗਦਾ ਹੈ। ਇਹਦੇ ਤੋਂ ਬਿਨਾਂ ਹੋਰ ਰੰਗ ਗੁਰੂ ਨੂੰ ਚੰਗੇ ਨਹੀਂ ਲੱਗਦੇ ਹਨ। ਜਿਸ ਵੇਲੇ ਭਾਈ ਸਾਵਣ ਮੱਲ ਜੀ ਸਤਿਗੁਰਾਂ ਦੇ ਭਤੀਜੇ ਲੱਗਦੇ ਹਰੀਪੁਰ ਦੇ ਰਾਜੇ ਨੂੰ ਨਾਲ ਲੈ ਕੇ ਨਾ ਗੋਇੰਦਵਾਲ ਦੀ ਧਰਤੀ ਤੇ ਆਏ ਦਰਸ਼ਨ ਕਰਨ ਵਾਸਤੇ, ਉਸ ਵੇਲੇ ਆ ਕੇ ਬਾਬਾ ਜੀ ਨੇ, ਬਾਬਾ ਸਾਵਣ ਮੱਲ ਨੇ ਬੇਨਤੀ ਕੀਤੀ, ਮਹਾਰਾਜ ਰਾਜਾ ਦਰਸ਼ਨ ਕਰਨ ਵਾਸਤੇ ਆਇਆ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਰਾਜੇ ਨੂੰ ਕਹੋ ਵੀ ਪ੍ਰਸ਼ਾਦਾ ਛਕ ਕੇ ਆਪਣੇ ਮੰਤਰੀਆਂ ਦੇ ਸਮੇਤ ਸਾਡੇ ਦਰਸ਼ਨ ਕਰ ਲਵੇ। ਮਹਾਰਾਜ ਰਾਣੀਆਂ ਵੀ ਆਈਆਂ ਨਾਲ। ਸਤਿਗੁਰੂ ਕਹਿਣ ਲੱਗੇ ਨਹੀਂ ਭਾਈ, ਰਾਣੀਆਂ ਨੂੰ ਦਰਬਾਰ ਵਿੱਚ ਆਉਣ ਦਾ ਹੁਕਮ ਨਹੀਂ ਹੈ। ਉਸ ਵੇਲੇ ਮਹਾਰਾਜ ਜੀਆਂ ਦੇ ਭਤੀਜੇ ਨੇ ਬਚਨ ਆਖਿਆ, ਕਹਿਣ ਲੱਗੇ ਨਹੀਂ ਸਤਿਗੁਰੂ ਕਿਰਪਾ ਕਰੋ, ਉਹਨਾਂ ਰਾਣੀਆਂ ਦੀ ਬੜੀ ਤਮੰਨਾ ਹੈ, ਬੜੀ ਇੱਛਾ ਹੈ, ਬੜੀ ਸ਼ਰਧਾ ਲੈ ਕੇ ਆਈਆਂ ਦਰਸ਼ਨ ਕਰਨ ਵਾਸਤੇ। ਆਪ ਜੀ ਆਗਿਆ ਦੇ ਦਿਓ ਤਾਂ ਕਿ ਤੁਹਾਡੇ ਦਰਸ਼ਨ ਕਰ ਲੈਣ। ਦਇਆ ਕਰਨ ਕੋ ਬਿਰਧ ਸੰਭਾਰੋ, ਆਇਸ ਦਿਓ ਸਗਲ ਦਰਸਾਵੈ ਹੈ। ਭਾਈ ਸਾਵਣ ਮੱਲ ਕਹਿਣ ਲੱਗੇ ਸਤਿਗੁਰੂ ਦਇਆ ਕਰੋ, ਸਾਰਿਆਂ ਨੂੰ ਦਰਸ਼ਨ ਦਿਓ, ਕੱਲੇ ਰਾਜੇ ਨੂੰ ਨਹੀਂ, ਰਾਣੀਆਂ ਨੂੰ ਵੀ ਆਪ ਜੀ ਦਰਸ਼ਨ ਬਖਸ਼ਿਸ਼ ਕਰੋ। ਧਰੇ ਭਾਵਨੀ ਸਗਲ ਭਾਵਨੀ, ਗੁਰ ਜੀ ਪਠਵੋ ਤਿਨਹਿ ਬੁਲਾਏ। ਸਾਰੀਆਂ ਇਸਤਰੀਆਂ ਮਹਾਰਾਜ ਤੁਹਾਡੇ ਉੱਪਰ ਭਾਵਨਾ ਰੱਖਦੀਆਂ, ਦਰਸ਼ਨ ਕਰਨੇ ਚਾਹੁੰਦੀਆਂ। ਸਤਿਗੁਰੂ ਕਿਰਪਾ ਕਰਕੇ ਸਾਰਿਆਂ ਨੂੰ ਬੁਲਾ ਕੇ ਦਰਸ਼ਨ ਬਖਸ਼ਿਸ਼ ਕਰੋ। ਤਬ ਸਤਿਗੁਰ ਆਇਸ ਇਮਕੀਨਸ, ਮਹਾਰਾਜ ਨੇ ਫਿਰ ਆਗਿਆ ਕੀਤੀ, ਕਹਿਣ ਲੱਗੇ ਸਾਵਣ ਮੱਲ ਜੇ ਤੂੰ ਕਹਿੰਦਾ ਨਾ ਵੀ ਰਾਣੀਆਂ ਨੂੰ ਵੀ ਦਰਸ਼ਨ ਦਈਏ ਤੇ ਫਿਰ ਸਾਡਾ ਇਹ ਬਚਨ ਮੰਨਣਾ ਕਰ, ਜਿਤਕ ਭਾਰਜਾ ਨਿਰਪਕੀ ਹੋਏ। ਜਿੰਨੀਆਂ ਵੀ ਰਾਜੇ ਦੀਆਂ ਰਾਣੀਆਂ ਨੇ ਉਹਨਾਂ ਰਾਣੀਆਂ ਨੂੰ ਸਾਡੇ ਵੱਲੋਂ ਜਾ ਕੇ ਬਚਨ ਕਹਿ ਦਿਓ, ਦਾਸੀ ਆਦ ਅਪਰਜੇ ਦਾਰਾ, ਰੰਗਦਾਰ ਬਸਤਰ ਲੈ ਜੋਏ। ਪਾਤਸ਼ਾਹ ਕਹਿਣ ਲੱਗੇ ਭਾਵੇਂ ਰਾਣੀਆਂ ਨੇ, ਭਾਵੇਂ ਗੋਲੀਆਂ ਨੇ, ਪਰ ਬਚਨ ਇਹ ਕਹਿ ਦਿਓ ਵੀ ਕੋਈ ਰੰਗਦਾਰ ਕੱਪੜਾ ਪਾ ਕੇ ਸਾਡੇ ਦਰਬਾਰ ਵਿੱਚ ਨਾ ਆਵੇ। ਮਹਾਰਾਜ ਫਿਰ ਕਿਸ ਤਰ੍ਹਾਂ ਦਾ ਕੱਪੜਾ ਪਾ ਕੇ ਆਉਣਾ ਕਰਨ? ਪਾਤਸ਼ਾਹ ਕਹਿਣ ਲੱਗੇ ਸਭ ਕੋ ਕਹੋ ਸਵੇਤ ਕਰ ਪੂਸ਼ਿਸ਼, ਰਾਣੀਆਂ ਨੂੰ ਕਹਿ ਦਿਓ ਵੀ ਚਿੱਟੇ ਕੱਪੜੇ ਪਾ ਕੇ ਆਉਣਾ ਹੈ। ਜਿਹੜੀਆਂ ਗੋਲੀਆਂ ਦਾਸੀਆਂ ਨੇ ਉਹਨਾਂ ਨੂੰ ਵੀ ਕਹਿ ਦਿਓ ਵੀ ਚਿੱਟੇ ਕੱਪੜੇ ਪਾ ਕੇ, ਰੰਗਦਾਰ ਸੂਹੇ ਕੱਪੜੇ ਪਾ ਕੇ ਸਾਡੇ ਦਰਬਾਰ ਵਿੱਚ ਨਾ ਆਵੇ। ਮਹਾਰਾਜ ਹੋਰ ਕੋਈ ਆਪ ਜੀ ਦੀ ਆਗਿਆ? ਸਤਿਗੁਰੂ ਕਹਿੰਦੇ ਇੱਕ ਬਚਨ ਹੋਰ ਹੈ, ਮੁਖ ਕੋ ਨਹੀਂ ਛਪਾਵਹਿ ਕੋਏ। ਦੂਜਾ ਬਚਨ ਇਹ ਹੈ, ਕੋਈ ਵੀ ਰਾਣੀ ਜਾਂ ਗੋਲੀ ਘੁੰਡ ਕੱਢ ਕੇ ਨਾ ਆਵੇ। ਪਹਿਲੇ ਸਮੇਂ ਵਿੱਚ ਘੁੰਡ ਕੱਢਣ ਦਾ ਰਿਵਾਜ ਹੈ ਨਾ, ਮੂੰਹ ਢੱਕਣ ਦਾ। ਪਾਤਸ਼ਾਹ ਕਹਿਣ ਲੱਗੇ ਜਿਹਨੇ ਸੰਗਤ ਵਿੱਚ ਆਉਣਾ ਹੈ ਉਹ ਘੁੰਡ ਕੱਢ ਕੇ ਕੱਪੜੇ ਦਾ ਪੱਲਾ ਕਰਕੇ ਨਾ ਆਵੇ, ਨੰਗੇ ਮੂੰਹ ਸਾਡੇ ਆ ਕੇ ਸੰਗਤ ਦੇ ਦਰਸ਼ਨ ਕਰੋ। ਇਹ ਦੋ ਬਚਨ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ। ਦਰਸ਼ਨ ਕਰ ਕਰ ਸਗਰੀ ਗਮਨ ਹੈ, ਇਸ ਪ੍ਰਕਾਰ ਕੀ ਬਣ ਹੈ ਸੋਏ। ਸਾਰੀਆਂ ਦਰਸ਼ਨ ਕਰਕੇ ਚਲੀਆਂ ਜਾ। ਜਦੋਂ ਮਹਾਰਾਜ ਜੀਆਂ ਦਾ ਹੁਕਮ ਹੋਇਆ, ਸਾਰੀਆਂ ਰਾਣੀਆਂ ਗੋਲੀਆਂ ਚਿੱਟੇ ਕੱਪੜੇ ਪਾ ਕੇ
ਦਰਬਾਰ ਦੇ ਵਿੱਚ ਆ ਕੇ ਦਰਸ਼ਨ ਕੀਤੇ। ਉਹਦੇ ਵਿੱਚੋਂ ਇੱਕ ਰਾਣੀ ਜਿਹੜੀ ਹੈ ਉਹ ਅਜੇ ਥੋੜ੍ਹਾ ਸਮਾਂ ਰਾਜੇ ਦੇ ਨਾਲ ਪਹਿਲਾਂ ਵਿਆਹੀ ਹੈ। ਜਦੋਂ ਮਹਾਰਾਜ ਜੀਆਂ ਦੇ ਸਾਹਮਣੇ ਆਈ ਨਾ ਦਰਸ਼ਨ ਕਰਨ ਵਾਸਤੇ, ਉਸਨੇ ਸੰਗ ਦੇ ਨਾਲ ਛੇਤੀ ਨਾਲ ਫਿਰ ਘੁੰਡ ਕੱਢ ਲਿਆ। ਮਹਾਰਾਜ ਦਾ ਹੁਕਮ ਸੀ ਦਰਬਾਰ ਵਿੱਚ ਆ ਕੇ ਕੋਈ ਘੁੰਡ ਨਾ ਕੱਢੇ, ਨੰਗੇ ਮੂੰਹ ਗੁਰੂ ਸੰਗਤ ਦੇ ਦਰਸ਼ਨ ਕਰੇ, ਪਰ ਇਸਨੇ ਮਹਾਰਾਜ ਦਾ ਹੁਕਮ ਮੇਟ ਦਿੱਤਾ, ਛੇਤੀ ਨਾਲ ਘੁੰਡ ਕੱਢ ਕੇ ਆਪਣਾ ਮੂੰਹ ਢੱਕ ਲਿਆ। ਗੁਰੂ ਅਮਰਦਾਸ ਮਹਾਰਾਜ ਦੇ ਮੁਖੋਂ ਬਚਨ ਨਿਕਲੇ, ਕਹਿਣ ਲੱਗੇ ਕਮਲੀਏ, ਜੇ ਦਰਸ਼ਨ ਹੀ ਨਹੀਂ ਕਰਨੇ ਸਨ ਤੇ ਫਿਰ ਦਰਬਾਰ ਵਿੱਚ ਲੈਣ ਕੀ ਆਈ ਹੈ। ਹੁਣ ਪਾਤਸ਼ਾਹ ਦੇ ਮੁਖੋਂ ਬਚਨ ਨਿਕਲੇ, ਅਜੇ ਇੰਨਾ ਹੀ ਬਚਨ ਨਿਕਲਿਆ ਵੀ ਕਮਲੀਏ ਚੱਲੀਏ, ਜੇ ਦਰਸ਼ਨ ਹੀ ਨਹੀਂ ਕਰਨੇ ਤੇ ਫਿਰ ਆਉਣਾ ਕੀ ਲੈਣ ਸੀ। ਬਚਨ ਨਿਕਲਿਆ, ਉਸੇ ਵੇਲੇ ਉਹ ਕਮਲੀ ਹੋ ਗਈ, ਦਰਬਾਰ ਵਿੱਚੋਂ ਨੱਠ ਪਈ, ਭੱਜ ਪਈ, ਜੰਗਲਾਂ ਵਿੱਚ ਚਲੇ ਗਈ। ਰਾਜੇ ਨੇ ਲੱਭਣ ਦਾ ਬੜਾ ਯਤਨ ਕੀਤਾ ਪਰ ਲੱਭ ਨਹੀਂ ਸਕਿਆ, ਜੰਗਲਾਂ ਵਿੱਚ ਛੱਡ ਕੇ ਉਸ ਨੂੰ ਜਾਣਾ ਪਿਆ। ਉਹ ਤੇ ਬਾਅਦ ਵਿੱਚ ਮਹਾਰਾਜ ਦਾ ਸਿੱਖ ਲੱਕੜਾਂ ਲੈਣ ਵਾਸਤੇ ਜੰਗਲ ਵਿੱਚ ਗਿਆ। ਇਹ ਕਮਲੀ ਰਾਣੀ ਉਸਦੇ ਆ ਕੇ ਗਲ ਪੈ ਗਈ। ਉਹ ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਉਹ ਜਿਹੜੀ ਰਾਣੀ ਕਮਲੀ ਹੋਈ ਹੈ, ਮੈਂ ਲੱਕੜਾਂ ਲੈਣ ਵਾਸਤੇ ਜਾਂਦਾ, ਉਹ ਗਲ ਪੈ ਜਾਂਦੀ ਹੈ। ਮਹਾਰਾਜ ਮੈਨੂੰ ਤਰੀਕਾ ਦੱਸੋ ਕਿਵੇਂ ਬਚਿਆ ਜਾ ਸਕਦਾ ਹੈ। ਸਤਿਗੁਰਾਂ ਨੇ ਆਪਣੇ ਚਰਨ ਦੀ ਖੜਾਂ ਫਿਰ ਬਖਸ਼ਿਸ਼ ਕੀਤੀ। ਕਹਿਣ ਲੱਗੇ, ਲੈ ਭਾਈਆ ਸਾਡੇ ਚਰਨਾਂ ਦੀ ਖੜਾਂ ਲੈ ਜਾ, ਜਦੋਂ ਤੇਰੇ ਆ ਕੇ ਗਲ ਪਵੇ ਉਹਦੇ ਸਿਰ ਵਿੱਚ ਇਹ ਖੜਾਂ ਮਾਰੇਗਾ, ਉਹ ਠੀਕ ਹੋ ਜਾਏਗੀ। ਪਾਤਸ਼ਾਹ ਜੀ ਦਾ ਬਚਨ ਮੰਨ ਕੇ ਜੰਗਲ ਵਿੱਚ ਚਲਾ ਗਿਆ ਲੱਕੜਾਂ ਲੈਣ ਵਾਸਤੇ। ਲੱਕੜਾਂ ਇਕੱਠੀਆਂ ਕਰਦਾ ਪਿਆ ਹੈ। ਇਹ ਕਮਲੀ ਰਾਣੀ ਦੌੜ ਕੇ ਫਿਰ ਗਲ ਪੈਣ ਵਾਸਤੇ ਜਦੋਂ ਭੱਜ ਕੇ ਆਈ ਹੈ ਤੇ ਉਹ ਸਿੱਖ ਨੇ ਫਿਰ ਮਹਾਰਾਜ ਜੀਆਂ ਦੀ ਫੜੀ ਹੋਈ ਖੜਾਂ ਹੱਥ ਵਿੱਚ ਇਹਦੇ ਆਉਂਦਿਆਂ ਹੀ ਸਿਰ ਵਿੱਚ ਮਾਰੀ। ਸਿਰ ਵਿੱਚ ਮਾਰਨ ਦੇ ਨਾਲ ਉਹ ਕਮਲਪੁਣੇ ਦਾ ਰੋਗ ਸਾਰਾ ਖਤਮ ਹੋ ਗਿਆ, ਠੀਕ ਹੋ ਗਈ ਬਿਲਕੁਲ। ਉਸ ਵੇਲੇ ਜਿਹੜੀ ਕੰਬਲੀ ਲਈ ਸੀ ਸਿੱਖ ਨੇ ਆਪਣੇ ਉੱਪਰ, ਉਹ ਕੰਬਲੀ ਇਹਦੇ ਉੱਪਰ ਦੇ ਕੇ ਇਹਦੇ ਤਨ ਨੂੰ ਟਕਿਆ। ਫਿਰ ਮਹਾਰਾਜ ਸਾਹਿਬ ਜੀਆਂ ਦੇ ਕੋਲ ਲੈ ਕੇ ਆਇਆ। ਮਹਾਰਾਜ ਨੇ ਆਉਂਦਿਆਂ ਹੀ ਵੇਖ ਕੇ ਆਖਿਆ, ਕਹਿਣ ਲੱਗੇ ਜੋੜੀ ਬੜੀ ਸੋਹਣੀ ਲੱਗਦੀ ਪਈ ਹੈ। ਸੋ ਮਹਾਰਾਜ ਜੀਆਂ ਨੇ ਦੋਨਾਂ ਦਾ ਵਿਆਹ ਕਰਵਾ ਦਿੱਤਾ। ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਇਹ ਸਿੱਖ ਤੇ ਵਿਚਾਰਾ ਲੱਕੜਾਂ ਦੀ ਸੇਵਾ ਕਰਦਾ, ਆਪ ਜੀ ਨੇ ਵਿਆਹ ਦੀਆਂ ਜ਼ਿੰਮੇਵਾਰੀਆਂ ਪਾ ਦਿੱਤੀਆਂ, ਗੁਜ਼ਾਰਾ ਕਿਵੇਂ ਕਰੇਗਾ, ਇਹ ਕਿਵੇਂ ਕੰਮਕਾਰ ਕਰਕੇ ਪਰਿਵਾਰ ਦਾ ਗੁਜ਼ਾਰਾ ਤੋਰੇਗਾ। ਇਹ ਬਚਨ ਸੁਣ ਕੇ ਮਹਾਰਾਜ ਜੀਆਂ ਨੇ ਆਪਣੇ ਚਰਨਾਂ ਦੀ ਦੂਜੀ ਖੜਾਂ ਵੀ ਬਖਸ਼ਿਸ਼ ਕਰ ਦਿੱਤੀ। ਕਹਿਣ ਲੱਗੇ, ਲਓ ਭਾਈ ਖੜਾਵਾਂ ਦਾ ਜੋੜਾ ਤੁਹਾਡੇ ਕੋਲ ਹੋਇਆ, ਕੋਈ ਵੀ ਰੋਗੀ ਤੁਹਾਡੇ ਦਰ ਤੇ ਆਵੇਗਾ, ਤੁਸੀਂ ਉਹਦੇ ਸਿਰ ਦੇ ਨਾਲ ਮੱਥੇ ਦੇ ਨਾਲ ਜਦੋਂ ਇਹ ਖੜਾਵਾਂ ਲਾਓਗੇ ਨਾ, ਰੋਗੀਆਂ ਦੇ ਰੋਗ ਟੁੱਟ ਜਾਇਆ ਕਰਨਗੇ। ਐਸੀ ਬਚਨ, ਐਸੇ ਬਖਸ਼ਿਸ਼ ਵਾਲੇ ਬਚਨ ਮਹਾਰਾਜ ਜੀਆਂ ਨੇ ਆਖੇ। ਉਹ ਦੋ ਖੜਾਵਾਂ ਮਹਾਰਾਜ ਸਾਹਿਬ ਜੀ ਦੀਆਂ ਅੱਜ ਵੀ ਥਾਵਾਂ ਥਾਵਾਂ ਤੇ ਸੰਗਤਾਂ ਦਰਸ਼ਨ ਕਰਦੀਆਂ ਪਈਆਂ। ਫਿਰੋਜ਼ਪੁਰ ਦੇ ਨੇੜੇ ਨਗਰ ਹੈ, ਇੱਕ ਖੜਾਂ ਮਹਾਰਾਜ ਸਾਹਿਬ ਜੀਆਂ ਦੀ ਉਸ ਜਗ੍ਹਾ ਤੇ ਪਈ ਹੋਈ ਹੈ, ਤੇ ਇੱਕ ਜਗ੍ਹਾ ਸੰਗਰੂਰ ਦੇ ਅੰਦਰ ਕੋਈ ਹੈ ਨਗਰ, ਇੱਕ ਖੜਾਂ ਮਹਾਰਾਜ ਦੀ ਉਸੇ ਜਗ੍ਹਾ ਤੇ ਪਈ ਹੋਈ ਹੈ। ਜਦੋਂ ਇਹਨਾਂ ਦੋਵਾਂ ਥਾਵਾਂ ਤੇ ਮੇਲੇ ਲੱਗਦੇ, ਉਦੋਂ ਇਹ ਦੋਨੇ ਖੜਾਵਾਂ ਮਹਾਰਾਜ ਦੀਆਂ ਇਕੱਠੀਆਂ ਕਰ ਲੈਂਦੇ। ਸੰਗਤਾਂ ਅੱਜ ਵੀ ਦਰਸ਼ਨ ਕਰਕੇ ਰੋਗੀਆਂ ਦੇ ਰੋਗ, ਬਿਮਾਰਾਂ ਦੇ ਦੁੱਖ ਜਿਹੜੇ ਨੇ ਉਹ ਕੱਟੇ ਜਾਂਦੇ। ਇਸ ਤਰ੍ਹਾਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ। ਰੋਹ ਵਿਚਾਰ ਮੱਥੋ ਮੁਰਾਰੀ ਮਹਾਰਾਜ ਸਾਹਿਬ ਜੀਆਂ ਨੇ ਉਹਨਾਂ ਨੂੰ ਉਸ ਵੇਲੇ ਬਚਨ ਜਿਹੜੇ ਸਨ ਉਹ ਬਖਸ਼ਿਸ਼ ਕੀਤੇ। ਰੋਹ ਵਿਚਾਰ ਕਹਿਣ ਤੋਂ ਭਾਵ ਇਹ ਹੈ ਕਿ ਆਪਾਂ ਬਚਨ ਪੜ੍ਹਦੇ ਪਏ ਸੀ, ਬੇਬਾਨ ਹਰ ਰੰਗ ਗੁਰ ਭਾਵੇ। ਗੁਰੂ ਪਾਤਸ਼ਾਹ ਨੂੰ ਰੰਗਦਾਰ ਕੱਪੜਾ ਨਹੀਂ, ਚਿੱਟੇ ਬਸਤਰ ਚੰਗੇ ਲੱਗੇ, ਤੇ ਤਾਂ ਰਾਣੀਆਂ ਨੂੰ ਆਖਿਆ ਵੀ ਇਹ ਬਸਤਰ ਪਾ ਕੇ ਆ ਕੇ ਸਾਡੇ ਜਿਹੜੇ ਹਨ ਉਹ ਦਰਸ਼ਨ ਕਰਨਾ ਕਰੋ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਕਿਰਪਾ ਕਰਦੇ ਹਨ। ਪਿੰਡ ਪੱਤਲ ਕਿਰਿਆ ਦੀਵਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਿੰਡ ਭਰਾਉਣੇ, ਪਤਲਾਂ ਦੇਣੀਆਂ, ਕਿਰਿਆ ਕਰਮ ਕਰਨੇ, ਦੀਵੇ ਇਤਿਆਦਿਕ ਜਿਹੜੇ ਜਗਾਉਣੇ ਹਨ। ਫੁੱਲ ਹਰ ਸਰ ਪਾਵੈ। ਫੁੱਲ ਚੁੱਕ ਕੇ ਗੰਗਾ ਵਿੱਚ ਸੁੱਟਣੇ। ਪਾਤਸ਼ਾਹ ਕਹਿਣ ਲੱਗੇ, ਕੀ ਤੁਸੀਂ ਇਹ ਸਾਰੀ ਕਿਰਿਆ ਨੂੰ ਪਰਮਾਤਮਾ ਦੇ ਨਾਮ ਦੇ ਬਰਾਬਰ ਜਾਣਦੇ ਹੋ? ਇਹ ਬਚਨ ਸੁਣ ਕੇ ਸਿੱਖ ਚੁੱਪ ਕਰ ਗਏ। ਮਹਾਰਾਜ ਤੁਸੀਂ ਦੱਸੋ। ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ, ਜਿੰਨੀ ਮਰਜ਼ੀ ਕੋਈ ਕਿਰਿਆ ਕਰੀ ਜਾਵੇ, ਕੋਈ ਦੀਵੇ ਜਗਾਈ ਜਾਵੇ, ਪਤਲਾਂ ਭਰੀ ਜਾਵੇ, ਪਰਮਾਤਮਾ ਦੇ ਨਾਮ ਦੇ ਬਰਾਬਰ ਕੁਛ ਨਹੀਂ ਹੈ। ਨਾਮ ਤੁਲ ਕਾ ਸ਼ੇਵਰ ਨਾ ਹੋਏ, ਨਾਨਕ ਨਾਮ ਪਾਵੈ ਜਨ ਕੋਏ। ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਇਸ ਤਰ੍ਹਾਂ ਨਾਮ ਦੇ ਬਰਾਬਰ ਕੁਛ ਨਹੀਂ ਹੈ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਸਤਿਗੁਰੂ ਜੀ
ਇੱਥੇ ਪੰਜਵਾਂ ਅਰਥ ਫਿਰ ਸਾਨੂੰ ਬਖਸ਼ਿਸ਼ ਕਰਦੇ। ਕਹਿਣ ਲੱਗੇ ਅੰਤ ਹੈ ਸਤਿਗੁਰ ਬੋਲਿਆ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਉਸ ਵੇਲੇ ਬਚਨ ਬਖਸ਼ਿਸ਼ ਕਰਦੇ ਹਨ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਤਿਗੁਰੂ ਪਾਤਸ਼ਾਹ ਕਹਿ ਲਈਏ ਬਾਣ ਨਾਮ ਹੈ ਦੁੱਖ ਦਾ। ਜੋ ਦੁੱਖਾਂ ਤੋਂ ਰਹਿਤ ਪਰਮਾਤਮਾ ਹੈ ਉਸ ਦਾ ਕੀਰਤਨ ਕਰਨਾ ਹੈ। ਇਹ ਮਹਾਰਾਜ ਸਾਹਿਬ ਜੀ ਅੰਤ ਵੇਲੇ ਬਚਨ ਆਖਦੇ ਹਨ। ਕੇਸੋ ਗੋਪਾਲ ਪੰਡਤ ਸੱਦਿਓ। ਦੇਖੋ ਕੀ ਨਾਮ ਜਲਦਾ ਹੈ ਤੇ ਸੋ ਨਾਮ ਹੈ ਸੈਨ ਕਰਨ ਵਾਲੇ, ਆਰਾਮ ਕਰਨ ਵਾਲੇ। ਜਿਹੜਾ ਜਲ ਦੇ ਉੱਤੇ ਆਰਾਮ ਕਰਨ ਵਾਲਾ ਉਹ ਹੈ ਪਰਮਾਤਮਾ। ਗੋਪਾਲ ਕਹੀਏ ਧਰਤੀ ਦਾ ਮਾਲਕ, ਪੰਡਤ ਕਹੀਏ ਪੰਡਾ ਨਾਮ ਗੁਰਮੁਖੋ ਬੁੱਧੀ ਦਾ ਹੈ। ਜਿਹੜਾ ਇਸ ਬੁੱਧੀ ਦਾ ਮਾਲਕ ਹੈ, ਸਾਨੂੰ ਅਕਲ ਦੇਣ ਵਾਲਾ ਹੈ। ਪਾਤਸ਼ਾਹ ਕਹਿਣ ਲੱਗੇ ਸੱਦਿਓ ਉਸ ਨੂੰ ਯਾਦ ਕਰਨਾ ਕਰਿਓ। ਹਰ ਹਰ ਕਥਾ ਪੜੈ ਪੁਰਾਣ ਜੀਓ। ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਹਰ ਹਰ ਦੀ ਜਾਪ ਕਰਨਾ ਹੈ ਇਹੋ ਹੀ ਕਥਾ ਪੜਿਓ ਪੁਰਾਣ ਜੀਓ। ਪੁਰਾਣ ਜੋ ਪੂਰਨ ਹਰ ਹਰ ਪਰਮਾਤਮਾ ਦੀ ਕਥਾ ਹੈ ਇਸੇ ਨੂੰ ਪੜ੍ਹਨਾ ਹੈ। ਪੁਰਾਣ ਤੋਂ ਭਾਵ ਪੂਰਨ ਲੈ ਲੈਣਾ ਹੈ। ਜੋ ਪੂਰਨ ਪਰਮਾਤਮਾ ਸਾਰੇ ਥਾਵਾਂ ਤੇ ਹੈ ਉਸ ਦੀ ਕਥਾ ਨੂੰ ਪੜ੍ਹਨਾ ਹੈ, ਭਾਵ ਕਿ ਉਸ ਦੇ ਨਾਮ ਨੂੰ ਜਪਣਾ ਹੈ। ਹਰ ਕਥਾ ਪੜੀਐ ਹਰ ਨਾਮ ਸੁਣੀਐ ਬਿਬਾਨ ਹਰ ਰੰਗ ਗੁਰ ਭਾਵੈ। ਗੁਰੂ ਪਾਤਸ਼ਾਹ ਕਹਿਣ ਲੱਗੇ ਹਰੀ ਦੀ ਕਥਾ ਨੂੰ ਪੜ੍ਹਨਾ ਤੇ ਹਰੀ ਦੇ ਨਾਮ ਨੂੰ ਸੁਣਨਾ ਹੈ। ਬਿਬਾਨ ਹਰ ਰੰਗ ਗੁਰ ਭਾਵੈ। ਆਦਤ ਤੋਂ ਰਹਿਤ ਜੋ ਪ੍ਰਮਾਤਮਾ ਹੈ ਸੋ ਕਹਿਣ ਲੱਗੇ ਉਸ ਦੇ ਰੰਗ ਦੇ ਵਿੱਚ ਆਨੰਦ ਦੇ ਵਿੱਚ ਸਦਾ ਵਾਸਤੇ ਮਿਲੇ ਰਹਿਣਾ ਹੈ। ਇਹ ਸਾਡੇ ਬਚਨ ਹਨ। ਜਦੋਂ ਉਸ ਦੇ ਰੰਗ ਦੇ ਵਿੱਚ ਭਿੱਜ ਜਾਓਗੇ ਫਿਰ ਭਾਵੇ ਫਿਰ ਗੁਰੂ ਨੂੰ ਚੰਗੇ ਲੱਗਦੇ ਹੋ। ਪਿੰਡ ਪਤਲ ਕਿਰਿਆ ਦੀਵਾ। ਸੋ ਪਿੰਡ ਪਤਲ ਤੋਂ ਭਾਵ ਹੈ ਪਤ ਨਾਮ ਹੈ ਪਤੀ ਪਰਮਾਤਮਾ ਦਾ ਤੇ ਲੱਲੇ ਨੂੰ ਸਿਹਾਰੀ ਤੋਂ ਭਾਵ ਲੈ ਲੈਣਾ ਹੈ ਜੋ ਪਤੀ ਪਰਮਾਤਮਾ ਲੈਣ ਵਾਸਤੇ ਉਸ ਨੂੰ ਪ੍ਰਾਪਤ ਕਰਨ ਵਾਸਤੇ ਪਿੰਡ ਕਹੀਏ ਸਰੀਰ ਨੂੰ, ਪਤਲ ਕਹੀਏ ਪਤਲਾ ਕਰਨਾ, ਯਾਨੀ ਕਿ ਸੂਖਸ਼ਮ ਕਰ ਲੈਣਾ, ਅਭਿਮਾਨ ਤੋਂ ਰਹਿਤ ਹੋ ਜਾਣਾ। ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਆਪਣੇ ਸਰੀਰ ਵਿੱਚੋਂ ਹੰਕਾਰ ਨੂੰ ਮੇਟ ਦੇਣਾ ਕਰੋ। ਇਸ ਤਰ੍ਹਾਂ ਦੀ ਬਿਰਤੀ ਰੱਖਣਾ ਕਰੋ। ਕਿਰਿਆ ਦੀਵਾ। ਗਿਆਨ ਰੂਪੇ ਦੀਵੇ ਦੀ ਪ੍ਰਾਪਤੀ ਵਾਸਤੇ ਗਿਆਨ ਰੂਪੀ ਜਿਹੜਾ ਦੀਵਾ ਹੈ ਇਹਦੀ ਪ੍ਰਾਪਤੀ ਵਾਸਤੇ ਜਿਹੜੇ ਸਾਧਨਾ ਦਾ ਕਾਰਜ ਕਰਨਾ ਹੈ ਇਹੋ ਹੀ ਗੁਰਮੁਖੋ ਕਿਰਿਆ ਕਰਨੀ ਹੈ। ਫੁੱਲ ਹਰ ਸਰ ਪਾਵੈ। ਜਿਹੜੀ ਗਿਆਨ ਕਰਕੇ ਗਿਆਨ ਦੀ ਪ੍ਰਾਪਤੀ ਵਿੱਚ ਪ੍ਰਫੁੱਲਤ ਹੋ ਜਾਣਾ ਹੈ ਇਹੋ ਹੀ ਗੁਰਮੁਖੋ ਹਰ ਸਰ ਹਰੀ ਦੇ ਸਦਰਸ਼ ਹੋਣ ਵਾਲੀ ਗੱਲ ਹੈ। ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ। ਜਿਹੜਾ ਗਿਆਨ ਦੇ ਸਹਿਤ ਹੋ ਜਾਣਾ ਇਹ ਪ੍ਰਮਾਤਮਾ ਦੇ ਵਰਗਾ ਬਣ ਜਾਣਾ ਹੈ। ਹਰ ਭਾਇਆ ਸਤਿਗੁਰ ਬੋਲਿਆ। ਹਰੀ ਨੂੰ ਜੋ ਭਾਇਆ ਹੈ ਉਹ ਅਸਾਂ ਨੇ ਬਚਨ ਬੋਲਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਜਿਹੜੇ ਬਚਨ ਪ੍ਰਮਾਤਮਾ ਨੂੰ ਭਾਇਓ ਅਸੀਂ ਬੋਲੇ ਹਨ। ਹਰ ਮਿਲਿਆ ਪੁਰਖ ਸੁਜਾਨ ਜੀਓ। ਕਰਕੇ ਜਿਹੜਾ ਇਹਨਾਂ ਬਚਨਾਂ ਨੂੰ ਮੰਨੇਗਾ ਉਸ ਨੂੰ ਉਹ ਸੁਜਾਨ ਕਹੀਏ ਅੰਤਰਜਾਮੀ ਪੁਰਖ ਪ੍ਰਮਾਤਮਾ ਮਿਲ ਪੈਂਦਾ ਹੈ। ਰਾਮਦਾਸ ਸੋਢੀ ਤਿਰਕ ਦੀਆ। ਕਿਸੇ ਨੇ ਪੁੱਛਿਆ ਮਹਾਰਾਜ ਗੁਰਤਾ ਗੱਦੀ ਕਿਹਨੂੰ ਦੇ ਕੇ ਚੱਲੇ ਹੋ? ਪਾਤਸ਼ਾਹ ਕਹਿਣ ਲੱਗੇ ਰਾਮਦਾਸ ਸੋਢੀ ਜਿਹੜੇ ਸੋਢੀਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਅਸੀਂ ਗੁਰਤਾ ਗੱਦੀ ਦਾ ਤਿਲਕ ਲਾ ਕੇ ਚੱਲੇ ਹਾਂ। ਸੰਗਤ ਨੇ ਪੁੱਛਿਆ ਨਾ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਆਪ ਜੀ ਸੱਚਖੰਡ ਨੂੰ ਜਾ ਰਹੇ ਹੋ, ਸਾਡੇ ਗੁਰੂ ਕੌਣ ਹੋਣਗੇ? ਪਾਤਸ਼ਾਹ ਕਹਿਣ ਲੱਗੇ ਰਾਮਦਾਸ ਸੋਢੀ ਸੋਢੀਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤਿਲਕ ਦੀਆ ਭਾਈ ਉਹਨਾਂ ਨੂੰ ਗੁਰਤਾ ਗੱਦੀ ਦਾ ਅਸੀਂ ਤਿਲਕ ਬਖਸ਼ਿਸ਼ ਕੀਤਾ ਹੈ। ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਜਿਹੜਾ ਸ਼ਬਦ ਸਾਨੂੰ ਗੁਰੂ ਅੰਗਦ ਸਾਹਿਬ ਜੀ ਦੇ ਵੱਲੋਂ ਉਪਦੇਸ਼ ਪ੍ਰਾਪਤ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਉਹੀ ਉਪਦੇਸ਼ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ ਹੈ। ਉਹੀ ਉਪਦੇਸ਼ ਇਹਨਾਂ ਦੇ ਅੰਦਰ ਪ੍ਰਗਟ ਹੋਇਆ ਹੈ। ਉਸੇ ਉਪਦੇਸ਼ ਦੀ ਪ੍ਰਾਪਤੀ ਵਾਲੇ ਇਹ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੋਏ ਹਨ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਸਤਿਗੁਰਾਂ ਨੇ ਆਖਿਆ ਨਾ ਕਿ ਅੱਜ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹੋਣਗੇ। ਸਤਿਗੁਰ ਪੁਰਖ ਜੇ ਬੋਲਿਆ ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਬਚਨ ਬੋਲੇ ਹਨ ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਸਾਰੇ ਸਿੱਖਾਂ ਨੇ ਸੀਸ ਨਵਾ ਕੇ ਆਖਿਆ ਮਹਾਰਾਜ ਜੇ ਆਪ ਜੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਮਨਾਉਂਦੇ ਹੋ ਅਸੀਂ ਇਹਨਾਂ ਨੂੰ ਗੁਰੂ ਮੰਨਣ ਵਾਸਤੇ ਤਿਆਰ ਹਾਂ।
ਇਹ ਬਚਨ ਸਾਰਿਆਂ ਨੇ ਆਖੇ ਹਨ। ਮੋਹਰੀ ਪੁੱਤ ਸਨਮੁਖ ਇਸ ਹੋਇਆ। ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਉਹਨਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਨਹੀਂ, ਮੈਨੂੰ ਗੁਰੂ ਪਦਵੀ ਨਾ ਦਿਓ, ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਗੁਰੂ ਪਦਵੀ ਜਿਹੜੀ ਹੈ ਬਾਬਾ ਮੋਹਰੀ ਜੀ ਨੂੰ ਦਿਓ, ਤੁਹਾਡਾ ਪੁੱਤਰ ਹੈ ਮਹਾਰਾਜ, ਇਹਨਾਂ ਨੂੰ ਗੁਰੂ ਪਦਵੀ ਬਖਸ਼ਿਸ਼ ਕਰੋ। ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਸੁਣੇ। ਬਾਬਾ ਮੋਹਰੀ ਜੀ ਨੂੰ ਕਹਿਣ ਲੱਗੇ, ਮੋਹਰੀ ਮੰਗ ਕੀ ਚਾਹੀਦਾ? ਗੁਰਤਾ ਗੱਦੀ ਚਾਹੀਦੀ ਹੈ? ਬਾਬਾ ਮੋਹਰੀ ਜੀਆਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਨਹੀਂ, ਮੈਨੂੰ ਆਪ ਜੀ ਸਿੱਖੀ ਦੀ ਦਾਤ ਦਿਓ, ਮੈਨੂੰ ਗੁਰਤਾ ਗੱਦੀ ਨਹੀਂ ਚਾਹੀਦੀ ਹੈ। ਜਦੋਂ ਇਹ ਬਚਨ ਮਹਾਰਾਜ ਸਾਹਿਬ ਜੀ ਨੇ ਮੰਗਿਆ ਨਾ ਮਹਾਰਾਜ ਜੀ ਦੇ ਕੋਲੋਂ ਬਾਬਾ ਮੋਹਰੀ ਜੀਆਂ ਨੇ, ਤੇ ਗੁਰੂ ਅਮਰਦਾਸ ਜੀਆਂ ਨੇ ਬਾਬਾ ਮੋਹਰੀ ਜੀਆਂ ਦੀ ਬਾਹ ਫੜ ਲਈ। ਬਾਹ ਫੜ ਕੇ ਗੁਰੂ ਰਾਮਦਾਸ ਪਾਤਸ਼ਾਹ ਜਿੱਥੇ ਬੈਠੇ ਨੇ ਉਹਨਾਂ ਦੇ ਕੋਲ ਲੈ ਗਏ। ਕਹਿਣ ਲੱਗੇ, ਜੇ ਸਿੱਖੀ ਚਾਹੀਦੀ ਹੈ ਨਾ, ਇਹਨਾਂ ਦੇ ਚਰਨਾਂ ਤੇ ਮੱਥਾ ਟੇਕ, ਇਹ ਤੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਨਗੇ। ਤੇਰੇ ਘਰ ਵਿੱਚ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ। ਸੱਚਖੰਡ ਦੀ ਪ੍ਰਾਪਤੀ ਤੈਨੂੰ ਇਹਨਾਂ ਦੇ ਚਰਨਾਂ ਵਿੱਚੋਂ ਹੋਵੇਗੀ। ਐਸੇ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੇ। ਕਹਿਣ ਲੱਗੇ, ਮੋਹਰੀ ਪੁੱਤ ਸਨਮੁਖ ਹੋਇਆ। ਮੋਹਰੀ ਨਾਮ ਦਾ ਪੁੱਤਰ ਮਹਾਰਾਜ ਜੀਆਂ ਦਾ, ਉਹ ਸਨਮੁਖ ਹੋ ਕੇ ਸਭ ਤੋਂ ਪਹਿਲਾਂ ਮੱਥਾ ਫਿਰ ਟੇਕਿਆ ਬਾਬਾ ਮੋਹਰੀ ਜੀਆਂ ਨੇ ਅੱਗੇ ਹੋ ਕੇ ਆਪਣੇ ਪਿਤਾ ਦੇ ਬਚਨ ਮੰਨ ਕੇ। ਰਾਮਦਾਸ ਪੈਰੀ ਪਾਏ ਜੀਓ। ਰਾਮਦਾਸ ਪਾਤਸ਼ਾਹ ਦੇ ਚਰਨੀ ਪਾ ਦਿੱਤਾ ਆਪਣੇ ਪੁੱਤਰ ਨੂੰ। ਔਰ ਬਚਨ ਮੰਨਣ ਦੇ ਵਿੱਚ ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਪਹਿਲੇ ਬਾਬਾ ਮੋਹਰੀ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਨਾ, ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਆਖਿਆ, ਮੱਥਾ ਟੇਕੋ ਭਾਈ ਲਹਿਣਾ ਸਾਹਿਬ ਨੂੰ, ਗੁਰੂ ਅੰਗਦ ਸਾਹਿਬ ਨੂੰ। ਦੋਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਨਾ ਅਸੀਂ ਨਹੀਂ ਮੱਥਾ ਟੇਕਾਂਗੇ, ਗੁਰੂ ਅਸੀਂ ਬੰਨਾ ਹੈ, ਸਾਡੀ ਦਾਤ ਇਹ ਲੈ ਕੇ ਚੱਲੇ, ਅਸੀਂ ਕਿਉਂ ਮੱਥਾ ਟੇਕੀਏ। ਪਹਿਲੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਚਨ ਨਹੀਂ ਮੰਨ ਸਕੇ। ਜਦੋਂ ਗੁਰੂ ਅੰਗਦ ਸਾਹਿਬ ਜੀਆਂ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਖਸ਼ੀ, ਗੁਰੂ ਅੰਗਦ ਸਾਹਿਬ ਨੇ ਬਚਨ ਕੀਤੇ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਦੋਨੇ ਜਾਣੇ ਮੱਥਾ ਟੇਕੋ ਗੁਰੂ ਅਮਰਦਾਸ ਪਾਤਸ਼ਾਹ ਨੂੰ, ਇਹ ਗੁਰੂ ਨੇ। ਦੋਨਾਂ ਸਾਹਿਬਜ਼ਾਦਿਆਂ ਨੇ ਉਸ ਵੇਲੇ ਨਾ ਕੀਤੀ, ਮਹਾਰਾਜ ਅਸੀਂ ਨਹੀਂ ਮੱਥਾ ਟੇਕਦੇ, ਅਸੀਂ ਗੁਰੂ ਬੰਨਾ, ਗੁਰੂ ਤੁਸੀਂ ਕਿਸੇ ਹੋਰ ਨੂੰ ਬਣਾ ਚੱਲੇ ਹੋ। ਹੁਣ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਜਿਸ ਵੇਲੇ ਬਿਠਾਇਆ, ਮਹਾਰਾਜ ਕਹਿਣ ਲੱਗੇ, ਬਾਬਾ ਮੋਹਨ ਜੀ, ਗੁਰੂ ਰਾਮਦਾਸ ਚਰਨਾਂ ਤੇ ਮੱਥਾ ਟੇਕੋ। ਉਹ ਕਹਿਣ ਲੱਗੇ, ਅਸੀਂ ਨਹੀਂ ਮੱਥਾ ਟੇਕਦੇ, ਗੁਰੂ ਅਸੀਂ ਬੰਨਾ, ਗੁਰਤਾ ਗੱਦੀ ਕਿਸੇ ਨੂੰ ਦੇ ਚੱਲੇ, ਅਸੀਂ ਮੱਥਾ ਕਿਉਂ ਟੇਕੀਏ। ਇਹ ਹੰਕਾਰ ਕਰਕੇ ਆਪਣੇ ਘਰ ਨੂੰ ਚਲੇ ਗਏ। ਬਾਬਾ ਮੋਹਨ ਜੀ ਉੱਠ ਕੇ ਨਾ ਸੰਗਤ ਵਿੱਚੋਂ ਆਪਣੇ ਘਰ ਚਲੇ ਗਏ, ਮੈਂ ਨਹੀਂ ਮੱਥਾ ਟੇਕਦਾ। ਹੁਣ ਬਾਬਾ ਮੋਹਰੀ ਜੀ ਆ ਗਏ, ਇਹਨਾਂ ਨੂੰ ਆਖਿਆ, ਕਹਿਣ ਲੱਗੇ, ਮੰਗੋ ਕੀ ਚਾਹੀਦਾ? ਮਹਾਰਾਜ ਸਿੱਖੀ ਦੀ ਦਾਤ ਦਿਓ। ਕਹਿਣ ਲੱਗੇ, ਸਿੱਖੀ ਦੀ ਦਾਤ ਲੈਣੀ ਹੈ, ਫਿਰ ਸਾਡਾ ਬਚਨ ਮੰਨ, ਇਹਨਾਂ ਦੇ ਚਰਨਾਂ ਤੇ ਮੱਥਾ ਟੇਕ, ਸਿੱਖੀ ਤੈਨੂੰ ਇਹਨਾਂ ਦੇ ਚਰਨਾਂ ਵਿੱਚੋਂ ਹੀ ਮਿਲ ਜਾਏਗੀ। ਬਾਬਾ ਮੋਹਰੀ ਜੀਆਂ ਨੇ ਉਸੇ ਵੇਲੇ ਇਹ ਨਹੀਂ ਵੇਖਿਆ ਵੀ ਉਮਰਾਂ ਵਿੱਚ ਮੈਂ ਵੱਡਾ ਹਾਂ, ਰਿਸ਼ਤੇਦਾਰੀ ਵਿੱਚ ਵੀ ਮੈਂ ਵੱਡਾ ਹਾਂ, ਮੈਂ ਗੁਰੂ ਪੁੱਤਰ ਹਾਂ, ਨਹੀਂ, ਕਿਸੇ ਗੱਲ ਦੀ ਕੋਈ ਵਿਚਾਰ ਨਹੀਂ ਕੀਤੀ। ਪਿਤਾ ਦਾ ਬਚਨ ਮੰਨਦਿਆਂ ਹੋਇਆਂ ਗੁਰੂ ਰਾਮਦਾਸ ਚਰਨਾਂ ਤੇ ਉਸੇ ਵੇਲੇ ਮੱਥਾ ਟੇਕਿਆ। ਉਹ ਬਚਨ ਆ ਗਿਆ। ਕਹਿਣ ਲੱਗੇ, ਮੋਹਰੀ ਪੁੱਤ ਸਨਮੁਖ ਹੋਇਆ। ਬਾਬਾ ਮੋਹਰੀ ਜੀ ਸਭ ਤੋਂ ਅੱਗੇ ਹੋਏ ਹਨ। ਰਾਮਦਾਸ ਪੈਰੀ ਪਾਏ ਜੀਓ। ਰਾਮਦਾਸ ਮਹਾਰਾਜ ਦੇ ਚਰਨਾਂ ਦੇ ਉੱਪਰ ਸਮੇਤ ਸੰਗਤ ਦੇ ਆਪਣੇ ਪਰਿਵਾਰ ਨੂੰ ਪਾਇਆ ਹੈ। ਸਭ ਪਵੈ ਪੈਰੀ ਸਤਿਗੁਰੂ ਕੇਰੀ। ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਸਾਰੀ ਸੰਗਤ ਫਿਰ ਉੱਠ ਕੇ ਮੱਥਾ ਟੇਕਦੀ ਹੈ। ਜਿੱਥੇ ਗੁਰੂ ਆਪ ਰੱਖਿਆ। ਪਾਤਸ਼ਾਹ ਗੁਰੂ ਅਮਰਦਾਸ ਨੇ ਜਿੱਥੇ ਆਪਣਾ ਆਪ ਰੱਖਿਆ ਹੈ। ਗੁਰੂ ਰਾਮਦਾਸ ਜੀ ਇਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਦਾ ਰੂਪ ਹਨ, ਆਪਣਾ ਆਪ ਹੀ ਉਹਨਾਂ ਵਿੱਚ ਰੱਖ ਦਿੱਤਾ ਹੈ। ਸਾਰੀ ਸੰਗਤ ਮੱਥਾ ਟੇਕਦੀ ਹੈ। ਕੋਈ ਕਰ ਬਖੀਲੀ ਨਿਵੇਂ ਨਾਹੀ। ਪਰ ਗੁਰਮੁਖੋ ਕੁਝ ਲੋਕ ਹੁੰਦੇ ਜਿਹੜੇ ਬਖੀਲੀ ਕਰਦੇ। ਬਖੀਲੀ ਨਾਮ ਗੁਰਮੁਖੋ ਈਰਖਾ ਦਾ ਹੈ। ਕੁਝ ਲੋਕ ਉਹ ਸਨ ਜਿਨ੍ਹਾਂ ਨੇ ਈਰਖਾ ਕੀਤੀ ਵੀ ਅਸੀਂ ਨਹੀਂ ਮੱਥਾ ਟੇਕਦੇ। ਜਿਵੇਂ ਆਪਾਂ ਬਾਬਾ ਮੋਹਨ ਜੀ ਦਾ ਨਾਮ ਸੁਣਿਆ ਵੀ ਉਹ ਉੱਠ ਕੇ ਘਰ ਨੂੰ ਚਲੇ ਗਏ, ਅਸੀਂ ਨਹੀਂ ਮੱਥਾ ਟੇਕਦੇ। ਕਹਿਣ ਲੱਗੇ, ਕੋਈ ਕਰ ਬਖੀਲੀ ਨਿਵੈ ਨਾਹੀ, ਕਈਆਂ ਨੇ ਈਰਖਾ ਕਰਕੇ ਮੱਥਾ ਨਹੀਂ ਟੇਕਿਆ ਹੈ। ਫਿਰ ਸਤਿਗੁਰੂ ਆਣ ਨਿਵਾਇਆ। ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਣਾ ਹੀ ਪਿਆ। ਜਦੋਂ ਬਾਬਾ ਮੋਹਨ ਜੀ ਘਰੇ ਚਲੇ ਗਏ ਨਾ, ਬਚਨ ਨਹੀਂ ਮੰਨਿਆ, ਨਾ ਤੇ ਹੁਣ ਧਿਆਨ ਲੱਗਦਾ ਤੇ ਨਾ ਹੀ ਹੁਣ ਸਮਾਧੀ ਲੱਗਦੀ ਹੈ। ਮਨ ਭਟਕਦਾ ਰਹਿੰਦਾ ਹਰ ਵੇਲੇ, ਬੜਾ ਪਛਤਾਉਂਦੇ ਮਨ ਦੇ ਵਿੱਚ, ਹੁਣ ਮੈਂ ਕੀ ਕਰਾਂ। ਜਦੋਂ ਵੇਖਿਆ ਵੀ ਸਤਿਗੁਰੂ ਅਮਰਦਾਸ ਪਾਤਸ਼ਾਹ ਹੁਣ ਜੋਤੀ ਜੋਤ ਸਮਾਈ ਚੱਲੇ ਨੇ, ਉਸ ਵੇਲੇ ਆ ਕੇ ਬੇਨਤੀ ਕੀਤੀ, ਮਹਾਰਾਜ ਗਲਤੀ ਹੋ ਗਈ,
ਹੁਣ ਤੁਸੀਂ ਜਿਹਨੂੰ ਕਹੋਗੇ ਮੈਂ ਮੱਥਾ ਟੇਕ ਦਿੰਦਾ। ਮੈਨੂੰ ਮਾਫ ਕਰੋ, ਮੇਰੀ ਸਮਾਧੀ ਨਹੀਂ ਲੱਗਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਬਾਬਾ ਮੋਹਨ ਜੀ ਹੁਣ ਤੇ ਸਮਾਂ ਲੰਘ ਗਿਆ ਹੈ, ਹੁਣ ਤੇ ਬਚਨ ਤੁਸੀਂ ਮੰਨਿਆ ਨਹੀਂ, ਹੁਣ ਸਮਾਂ ਲੱਗੇਗਾ। ਮਹਾਰਾਜ ਕਿੰਨਾ ਸਮਾਂ ਲੱਗੇਗਾ? ਕਹਿਣ ਲੱਗੇ ਤੁਸੀਂ ਹੁਣ ਗੁਰਬਾਣੀ ਦੀਆਂ ਪੋਥੀਆਂ ਇਕੱਠੀਆਂ ਕਰਕੇ ਰੱਖੋ। ਹੁਣ ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੇ ਕੋਲ ਆਉਣਗੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਓ, ਫਿਰ ਤੁਹਾਨੂੰ ਦਾਤ ਮਿਲੇਗੀ। ਬਾਬਾ ਮੋਹਨ ਜੀਆਂ ਨੇ ਫਿਰ ਸਵਾਲ ਕੀਤਾ, ਮਹਾਰਾਜ ਮੇਰੀ ਤੇ ਸਮਾਧੀ ਲੱਗ ਜਾਵੇ ਤੇ ਮੈਨੂੰ 6-6 ਮਹੀਨੇ ਪਤਾ ਹੀ ਨਹੀਂ ਲੱਗਦਾ ਸਮਾਧੀ ਵਿੱਚ ਬੈਠਿਆਂ, ਜੇ ਗੁਰੂ ਅਰਜਨ ਦੇਵ ਪਾਤਸ਼ਾਹ ਆ ਕੇ ਮੁੜ ਗਏ ਫਿਰ ਮੈਂ ਕਿਵੇਂ ਮੱਥਾ ਟੇਕਾਂਗਾ? ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਨਹੀਂ ਤੁਸੀਂ ਸਮਾਧੀ ਵਿੱਚ ਵੀ ਹੋਵੋਗੇ ਨਾ ਤੇ ਪੋਥੀਆਂ ਆਪਣੇ ਕੋਲ ਰੱਖਿਓ, ਤੁਹਾਨੂੰ ਸਮਾਧੀ ਵਿੱਚੋਂ ਵੀ ਆ ਕੇ ਉਠਾ ਲੈਣਗੇ। ਇਸੇ ਤਰ੍ਹਾਂ ਹੀ ਹੋਇਆ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਪੋਥੀਆਂ ਲੈਣ ਵਾਸਤੇ ਗਏ ਨਾ, ਬਾਬਾ ਮੋਹਨ ਜੀ ਪੋਥੀਆਂ ਲੈ ਕੇ ਆ ਗਏ। ਪੋਥੀਆਂ ਦਿੱਤੀਆਂ ਨਹੀਂ, ਕਹਿਣ ਲੱਗੇ ਪੋਥੀਆਂ ਬਾਅਦ ਵਿੱਚ ਦੇਵਾਂਗਾ, ਪਹਿਲਾਂ ਮੈਂ ਤੁਹਾਡੇ ਚਰਨਾਂ ਦੇ ਮੱਥਾ ਟੇਕਾਂਗਾ। ਬੋਲੇ ਸੋ ਨਿਹਾਲ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਿਵੇਂ ਹੋ ਸਕਦਾ ਹੈ? ਤੁਸੀਂ ਸਾਡੇ ਮਾਮਾ ਜੀ ਲੱਗਦੇ ਹੋ, ਰਿਸ਼ਤੇਦਾਰੀ ਵਿੱਚ ਵੱਡੇ ਹੋ, ਮੈਂ ਤੁਹਾਡਾ ਭਾਣਜਾ ਲੱਗਦਾ, ਉਮਰਾਂ ਵਿੱਚ ਵੀ ਛੋਟਾ, ਰਿਸ਼ਤੇਦਾਰੀ ਵਿੱਚ ਵੀ ਛੋਟਾ, ਤੁਸੀਂ ਮੈਨੂੰ ਮੱਥਾ ਕਿਵੇਂ ਟੇਕ ਸਕਦੇ? ਸਾਡਾ ਫਰਜ਼ ਬਣਦਾ ਹੈ। ਮਹਾਰਾਜ ਉੱਠ ਪਏ ਗੁਰੂ ਅਰਜਨ ਦੇਵ ਪਾਤਸ਼ਾਹ ਮੱਥਾ ਟੇਕਣ ਵਾਸਤੇ। ਫਿਰ ਬਾਬਾ ਮੋਹਨ ਜੀ ਨੇ ਦੱਸਿਆ, ਕਹਿਣ ਲੱਗੇ, ਨਹੀਂ ਮਹਾਰਾਜ ਉਮਰਾਂ ਛੋਟੀ ਹੋ ਸਕਦੀ, ਰਿਸ਼ਤਾ, ਪਰ ਤੁਸੀਂ ਇਸ ਵੇਲੇ ਗੁਰੂ ਪਦਵੀ ਤੇ ਹੋ, ਤੁਸੀਂ ਵੱਡੇ ਹੋ। ਮਹਾਰਾਜ ਮੈਨੂੰ ਮੱਥਾ ਟੇਕ ਲੈਣ ਦਿਓ, ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਣੀ ਉਹਨਾਂ ਚਿਰ ਜਿੰਨਾ ਚਿਰ ਮੈਂ ਬਚਨ ਮੰਨ ਕੇ ਮੱਥਾ ਨਾ ਟੇਕਿਆ। ਫਿਰ ਸਾਰੀ ਆਪਣੀ ਗੱਲ ਦੱਸੀ ਵੀ ਮੈਨੂੰ ਆਹ ਦੁੱਖ ਹੈ, ਮੈਂ ਤਾਂ ਮੱਥਾ ਟੇਕਣਾ ਚਾਹੁੰਦਾ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਬੈਠ ਗਏ। ਫਿਰ ਬਾਬਾ ਮੋਹਨ ਜੀਆਂ ਨੇ ਮੱਥਾ ਟੇਕਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਉਹ ਬਚਨ ਆ ਗਿਆ, ਕਹਿਣ ਲੱਗੇ, ਕੋਈ ਕਰ ਬਖੀਲੀ ਨਿਵੈ ਨਾਹੀ। ਜੇ ਕੋਈ ਪਹਿਲਾਂ ਈਰਖਾ ਕਰਕੇ ਨਹੀਂ ਨਾ ਮਿਲਿਆ, ਸਤਿਗੁਰੂ ਆਣ ਨਿਵਾਇਆ। ਫਿਰ ਉਹਨਾਂ ਲੋਕਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਣਾ ਪਿਆ, ਤਾਂ ਜਾ ਕੇ ਦਾਤਾਂ ਪ੍ਰਾਪਤ ਹੋਈਆਂ ਹਨ। ਹਰ ਗੁਰ ਹੈ ਭਾਣਾ ਦੀ ਵਡਿਆਈ। ਸਤਿਗੁਰਾਂ ਦਾ ਭਾਣਾ ਹੈ ਭਾਈ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਵਡਿਆਈ ਬਖਸ਼ਿਸ਼ ਕਰਦੇ, ਜਿਹਨੂੰ ਵਡਿਆਈ ਦੇਣੀ ਚਾਹੁੰਦੇ ਹਨ। ਧੁਰ ਲਿਖਿਆ ਲੇਖ ਰਜਾਏ ਜੀਓ। ਇਹ ਧੁਰ ਤੋਂ ਹੀ ਲੇਖ ਲਿਖੇ ਹੋਏ ਨਾ ਪਰਮਾਤਮਾ ਨੇ। ਸੋ ਇੱਕ ਬਚਨ ਆਉਂਦਾ ਹੈ ਵੀ ਬੇਦੀ ਜਿਹੜੇ ਸਨ, ਵੇਦ ਪੜ੍ਹਨ ਕਰਕੇ ਬੇਦੀ ਬਣੇ। ਜਦੋਂ ਉਹਨਾਂ ਨੇ 3 ਵੇਦ ਪੜ੍ਹ ਕੇ ਤੇ ਸੁਣਾਏ ਨਾ ਉਸ ਵੇਲੇ ਸੋਢੀਆਂ ਨੂੰ, ਤੇ ਸੋਢੀਆਂ ਨੇ ਖੁਸ਼ ਹੋ ਕੇ ਆਪਣਾ ਰਾਜ ਬੇਦੀਆਂ ਨੂੰ ਦੇ ਦਿੱਤਾ। ਤੇ ਬੇਦੀਆਂ ਨੇ ਉਸ ਵੇਲੇ ਇਹ ਅਸ਼ੀਰਵਾਦ ਦਿੱਤਾ ਸੀ ਵੀ ਤੁਸੀਂ 3 ਵੇਦ ਸੁਣ ਕੇ ਸਾਨੂੰ ਫਿਰ ਰਾਜ ਦਿੱਤਾ ਹੈ। ਸਮਾਂ ਆਵੇਗਾ 3 ਥਾਵਾਂ ਤੋਂ ਬਾਅਦ ਵਿੱਚ ਹੋ ਕੇ 4ਥੀ ਥਾਂ ਤੇ ਗੁਰਤਾ ਗੱਦੀ ਸੋਢੀਆਂ ਕੋਲ ਆਵੇਗੀ। ਸੋ ਉਹ ਬਚਨ ਇੱਥੇ ਵੀ ਪੂਰਾ ਹੋਇਆ। ਧੁਰ ਲਿਖਿਆ ਲੇਖ ਰਜਾਏ ਜੀਓ। ਇਹ ਜਿਹੜਾ ਧੁਰ ਤੋਂ ਲੇਖ ਲਿਖਿਆ ਸੀ 3 ਪਾਤਸ਼ਾਹੀਆਂ ਤੋਂ ਬਾਅਦ ਵਿੱਚ 4ਥੀ ਪਾਤਸ਼ਾਹੀ ਸੋਢੀਆਂ ਦੀ ਕੁਲ ਗੁਰੂ ਰਾਮਦਾਸ ਪਾਤਸ਼ਾਹ ਨੂੰ ਫਿਰ ਗੁਰਤਾ ਗੱਦੀ ਮਿਲੀ ਹੈ। ਕਹੈ ਸੁੰਦਰ ਸੁਣੋ ਸੰਤ ਹੋ। ਬਾਬਾ ਸੁੰਦਰ ਜੀ ਇਹ ਬਚਨ ਸੁਣਾਉਂਦੇ ਪਏ, ਗੁਰੂ ਅਮਰਦਾਸ ਪਾਤਸ਼ਾਹ ਦੇ ਪੜਪੋਤਰੇ ਨੇ ਬਾਬਾ ਸੁੰਦਰ ਜੀ। ਔਰ ਇਹ ਦੱਸਦੇ ਪਏ ਵੀ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਕਿਹੜੇ ਕਿਹੜੇ ਬਚਨ ਕੀਤੇ। ਕਹੈ ਸੁੰਦਰ ਸੁਣੋ ਸੰਤੋ, ਐ ਸ਼ਾਂਤ ਚਿੱਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਸੁਣਨਾ ਕਰੋ। ਸਭ ਜਗਤ ਪੈਰੀ ਪਾਏ ਜੀਓ। ਇਸ ਤਰੀਕੇ ਦੇ ਨਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਸਾਰੇ ਜਗਤ ਸੰਸਾਰ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਦੇ ਉੱਪਰ ਪਾ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਉੱਪਰ ਪਾ ਦਿੱਤਾ। ਸਾਰੀ ਸੰਗਤ ਨੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕ ਕੇ ਆਪਣੇ ਆਪ ਨੂੰ ਬਖਸ਼ਾਇਆ ਹੈ। ਇਹ ਰਾਮਕਲੀ ਸਦ ਦੀ ਜੋ ਕਥਾ ਹੈ 6 ਪੌੜੀਆਂ ਇੱਥੇ ਮਹਾਰਾਜ ਨੇ ਸੰਪੂਰਨਤਾਈ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦੇ ਹਾਂ, ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ, ਅਸੀਂ ਸੜੀਆਂ ਸਾਹਿਬ ਸਿਓ ਮੇਲ। ਹਰ ਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ। ਕਹੈ ਸੁੰਦਰ ਸੁਣੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।